ਬਾਬੇ ਨਾਨਕ ਨੇ ਕਿਹਾ ਕਿ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਦੂਜਾ ਸਾਡਾ ਸੱਭਿਆਚਾਰ ਕਹਿੰਦਾ ਹੈ ਕਿ ਜਿਹਦੀ ਜ਼ਬਾਨ ਤੇ ਫਤਿਹ ਉਹਦੀ ਜਹਾਨ ਤੇ ਫਤਿਹ। ਸ਼ਾਬਾਸ਼ ਸਪੋਕਸਮੈਨ ਵਾਲਿਓ, ਤੁਸੀਂ ਇਹ ਵਿਸ਼ਾ ਚੁਣੇ। ਧਰਮ ਤੇ ਰਾਜਨੀਤੀ ਨੂੰ ਵੱਖਰਾ ਕੀਤਾ ਜਾ ਸਕਦਾ, ਵੱਖਰਾ ਰੱਖ ਕੇ ਚਲਾਇਆ ਜਾ ਸਕਦਾ। ਇਹ ਕਰੋਨਾ ਹੈ, ਇਹ ਹਟਣਾ ਹੀ ਨਹੀਂ। ਕਰੋਨਾ ਤਾਂ ਭਾਵੇਂ ਹਟ ਜੇ, ਦਵਾਈਆਂ ਦੂਜੀਆਂ ਲੈ ਕੇ, ਜਿੰਨਾ ਚਿਰ ਧਰਮ ਤੇ ਰਾਜਨੀਤੀ ਇਕੱਠੇ ਰਹਿਣਗੇ ਇਹ ਬਿਮਾਰੀ ਹਟਣੀ ਨਹੀਂ। ਰਾਜਨੀਤੀ ਤੋਂ ਜਦ ਤੱਕ ਧਰਮ ਵੱਖ ਨਹੀਂ ਹੁੰਦਾ, ਜਦ ਤੱਕ ਸਿਆਸੀ ਲੋਕ ਰਾਜਨੀਤੀ 'ਚ ਧਰਮ ਦੀ ਵਰਤੋਂ ਬੰਦ ਨਹੀਂ ਕਰਦੇ, ਉਦੋਂ ਤੱਕ ਇਸ ਚੀਜ਼ ਦੇ ਉੱਤੇ ਰੋਕ ਨਹੀਂ ਲੱਗਦੀ। ਕੋਰਟ ਦੇ ਵਿੱਚ ਜਾਓ ਤੇ ਤੁਸੀਂ ਦੇਖੋਗੇ ਡਿਸਟ੍ਰਿਕਟ ਕੋਰਟ ਦੇ ਜੱਜਸ ਵੀ ਪੁਲਿਸ ਵਾਲਿਆਂ ਤੇ ਐਕਸ਼ਨ ਨਹੀਂ ਆਰਡਰ ਕਰਦੇ ਕਿ ਐਫਆਈਆਰ ਕਿਉਂ ਨਹੀਂ ਰਜਿਸਟਰ। ਹਾਈ ਕੋਰਟ ਤੇ ਸੁਪਰੀਮ ਕੋਰਟ ਦੇ ਬਾਅਦ ਦੀ ਗੱਲ ਹੈ। ਪਰ ਇਹਦਾ ਮਿਸਯੂਜ਼ ਕਿਵੇਂ ਹੋ ਸਕਦਾ? ਕਿਉਂਕਿ ਵਿਰਕ ਸਾਹਿਬ ਚਾਹੇ ਟਾਡਾ ਸੀ, ਯੂਆਪਾ ਹੈ, 295 ਦੀ ਧਾਰਾ ਹੈ, ਇਸ ਦੇ ਤਹਿਤ ਹੁਣ ਤੱਕ ਬਹੁਤ ਸਾਰੇ ਡੌਰੀ ਦਾ ਜਿਵੇਂ ਕਾਨੂੰਨ ਆ, ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮਿਸਯੂਜ਼ ਹੁੰਦੇ ਆ ਤੇ ਇਹਦੇ ਇਲਜ਼ਾਮਾਤ ਵੀ ਲੱਗਦੇ ਰਹਿੰਦੇ ਆ। ਸੋ ਇਹ ਕਿੰਨਾ ਕੁ ਆਮ ਸੋਸਾਇਟੀ ਲਈ, ਆਮ ਲੋਕਾਂ ਲਈ ਖਤਰਨਾਕ ਹੋ ਸਕਦਾ ਤੇ ਜਿਹੜੇ ਵਾਕਿਆ ਹੀ ਹੇਟ ਸਪੀਚਰਸ ਨੇ ਉਹਨਾਂ ਨੂੰ ਨਕੇਲ ਪਾ ਸਕੇਗਾ ਜਾਂ ਨਹੀਂ? ਪੁਲਿਸ ਗਲਤ ਵਰਤੋਂ ਕਰਕੇ ਬੰਬ ਥੋੜਾ ਸਿੱਟ ਦੂ, ਇਹਦਾ ਇਲਾਜ ਹੈ। ਪਰ ਇਹ ਗੱਲ ਨੂੰ ਨਾ ਛੇੜਨਾ, ਇਹ ਮਾੜੀ ਗੱਲ ਸੀ। ਹੁਣ ਜੇ ਕੋਈ ਇਨਸਾਨ ਆਪਦੇ ਆਪ ਨੂੰ ਦੇਸ਼ ਦੇ ਉਲਟ ਕਹਿ ਰਿਹਾ ਹੈ, ਮਤਲਬ ਉਹ ਆਪਦੇ ਆਪ ਨੂੰ ਇਨਸਟੈਡ ਆਫ ਆਈਡੈਂਟੀਫਾਈਂਗ ਹਿਮਸੈਲਫ, ਮੈਂ ਜੇ ਆਪਦੇ ਆਪ ਨੂੰ ਇੱਕ ਸਿੱਖ ਰੈਫਰ ਕਰਦਾ ਉਹਦੇ ਵਿੱਚ ਕੁਝ ਗਲਤ ਨਹੀਂ ਹੈ, ਮੈਂ ਸਿੱਖ ਹਾਂ। ਲੇਕਿਨ ਜੇ ਮੈਂ ਦੂਜਿਆਂ ਦੇ ਅਗੇਂਸਟ ਇਨਸਟੀਗੇਟ ਕਰ ਰਿਹਾ, ਕੋਈ ਉਹਨਾਂ ਦੇ ਖਿਲਾਫ ਗਲਤ ਕੰਮ ਕਰਨ ਦਾ, ਕੋਈ ਇਲੀਗਲ ਐਕਟ ਦੀ ਮੰਗ ਚੁੱਕ ਰਿਹਾ, ਕੋਈ ਇਲੀਗਲ ਐਕਸ਼ਨ ਦੇ ਲਈ ਕਹਿ ਰਿਹਾ, ਫਿਰ ਉਹ ਹੇਟ ਸਪੀਚ ਹੈ। ਗੱਲ ਇਹ ਹੈ ਵੀ ਬਿੱਲੀ ਦੇ ਗੱਲ ਟੱਲੀ ਬੰਨੂ ਤਾਂ ਬੰਨੂ ਕੌਣ? ਮੈਂ ਰਾਮੂ ਵਾਲੇ ਸਾਹਿਬ ਨੂੰ ਪੁੱਛਣਾ ਚਾਹੁੰਦਾ। ਰਾਮੂ ਵਾਲੇ ਸਾਹਿਬ, ਇਹ ਸਿੱਧਾ ਇਸ਼ਾਰਾ ਉਧਰ ਉਹਨਾਂ ਨਾਡੂ ਖਾਨਾ ਵੱਲ ਹੈ ਜਿਹੜੇ ਮੁੱਛਾਂ ਨੂੰ ਤਾ ਦੇ ਕੇ ਜਿਹੜੀਆਂ ਸਰਕਾਰਾਂ ਪੁਲਿਸ ਨੂੰ ਆਪਦੇ ਕਬਜ਼ੇ 'ਚ ਰੱਖਦੀਆਂ ਨੇ। ਜੇ ਸਭ ਤੋਂ ਵੱਧ ਹੇਟ ਸਪੀਚ ਦੇਣ ਵਾਲੇ ਤਾਂ ਇਹ ਚਿੱਟੇ ਕੁੜਤੇ ਪਜਾਮੇ ਵਾਲੇ ਹੁੰਦੇ ਆ, ਤੇ ਇਹਨਾਂ ਨੂੰ ਫਿਰ ਕੌਣ, ਇਹਨਾਂ ਦੇ ਖਿਲਾਫ ਕੌਣ ਕਾਰਵਾਈ ਕਰੂਗਾ ਜਦੋਂ ਪੁਲਿਸ ਹੀ ਆਪਣੀ ਹੋਊਗੀ, ਸਾਰਾ ਕੰਮ ਹੀ ਆਪਣਾ ਹੋਊਗਾ? ਇੱਥੇ ਤਾਂ ਬਹੁਤ ਗਿਣਤੀ ਨੇ, ਘੱਟ ਗਿਣਤੀ ਦਾ ਰਗੜਾ ਕੱਢ ਦੇਣਾ। ਕੀ ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਕਿਤੇ ਉਹਨਾਂ ਦਾ ਘਾਣ ਤਾਂ ਨਹੀਂ ਹੋ ਜਾਏਗਾ? ਤੁਸੀਂ ਨਾ ਪੱਗ ਬੰਨ੍ਹਦੇ ਹੋ, ਮੈਂ ਨਹੀਂ ਬੰਨ੍ਹਦਾ। ਤੁਸੀਂ ਕਿਤੇ ਚਲੇ ਜਾਓ, ਤੁਸੀਂ ਦੇਖੋਗੇ ਤੁਹਾਨੂੰ ਸਾਰੇ ਧਰਮਾਂ ਦੇ ਲੋਕ ਨਾ ਬੜੀ ਰਿਸਪੈਕਟਫੁਲੀ ਟਰੀਟ ਕਰਨਗੇ। ਜੀ, ਮੈਂ ਪੱਗ ਨਹੀਂ ਬੰਨ੍ਹਦਾ ਸੋ ਮੈਂ ਦੇਖਣ ਨੂੰ ਸਿੱਖ ਨਹੀਂ ਲੱਗਾਂਗਾ, ਤੁਹਾਨੂੰ ਕਰਨਗੇ। ਕਿਉਂ ਕਰਨਗੇ? ਤੁਸੀਂ ਇੱਕ ਆਈਡੈਂਟੀਟੀ ਕੈਰੀ ਕਰ ਰਹੇ ਹੋ, ਜਿਸ ਆਈਡੈਂਟੀਟੀ ਨੂੰ ਇੱਕ ਅੱਡ ਧਰਮ ਹੁੰਦਿਆਂ ਵੀ ਹਰ ਧਰਮ ਦਾ ਹਿੱਸਾ ਮੰਨਿਆ ਜਾਂਦਾ ਹੈ। ਇਸ ਦੇ ਦਾਇਰੇ ਦੇ ਵਿੱਚ ਕਿਹੜੇ-ਕਿਹੜੇ ਉਹ ਸਿਆਸਤਦਾਨ ਹੈ ਜਿਨ੍ਹਾਂ ਦੀ ਅਕਸਰ ਜੀਭ ਤਿਲਕਦੀ ਰਹਿੰਦੀ ਹੈ, ਫਿਸਲਦੀ ਰਹਿੰਦੀ ਹੈ ਤੇ ਜਲਦੀ ਆ ਸਕਦੇ ਜੀ? ਕਿ ਜਿਹੜੀਆਂ ਵੱਡੀਆਂ ਪਾਰਟੀਆਂ ਉਹਨਾਂ ਨੇ ਇਸ ਹਥਿਆਰ ਦੀ ਦੁਰਵਰਤੋਂ ਕਰਨੋਂ ਹਟਣਾ ਨਹੀਂ ਜੀ। ਇਹ ਸਿਆਸੀ ਲੋਕ ਵੱਧ ਕਰਦੇ ਆ ਤੇ ਸਿਆਸੀ ਲੋਕਾਂ ਦੇ ਮੂੰਹ ਤੋਂ ਨਿਕਲੀ ਗੱਲ ਧਰਤੀ ਤੋਂ ਧਰੂ ਤਾਰੇ ਜਿੰਨੀ ਇੱਕ ਮਿੰਟ 'ਚ ਉੱਚੀ ਹੋ ਜਾਂਦੀ ਹੈ ਵੀ ਸੱਚ। ਸਤਿ ਸ਼੍ਰੀ ਅਕਾਲ, ਤੁਸੀਂ ਵੇਖ ਰਹੇ ਹੋ ਰੋਜ਼ਾਨਾ ਸਪੋਕਸਮੈਨ ਦੀ ਸਪੋਕਸਮੈਨ ਡਿਬੇਟ 'ਚ ਨਵਜੋਤ ਸਿੰਘ ਢਾਲੀਵਾਲ ਵੱਲੋਂ ਸਵਾਗਤ ਹੈ। ਸੁਪਰੀਮ ਕੋਰਟ ਦੇ ਆਏ ਅਹਿਮ ਫੈਸਲੇ ਨੂੰ ਲੈ ਕੇ ਚਰਚਾ ਕਰਾਂਗੇ। ਸੁਪਰੀਮ ਕੋਰਟ ਨੇ ਇੱਕ ਅਹਿਮ ਸੁਣਵਾਈ ਕਰਦਿਆਂ ਕਈ ਸਾਲਾਂ ਤੋਂ ਜਿਸ ਮਸਲੇ ਤੇ ਸੁਣਵਾਈ ਹੋ ਰਹੀ ਸੀ, ਨਫ਼ਰਤੀ ਭਾਸ਼ਣ, ਹੇਟ ਸਪੀਚ ਕੀ ਹੁੰਦੀ ਹੈ, ਇਸ ਨੂੰ ਸਮਝਣ ਦੀ ਕੋਸ਼ਿਸ਼ ਕਰਾਂਗੇ ਔਰ ਕਿਹਦੇ ਉੱਤੇ ਕਾਰਵਾਈ ਹੋ ਸਕਦੀ ਹੈ ਇਸ ਗੱਲ ਦਾ ਵੀ ਜ਼ਿਕਰ ਕਰਾਂਗੇ। ਸੁਪਰੀਮ ਕੋਰਟ ਨੇ ਸਿੱਧੇ ਨਿਰਦੇਸ਼ ਦੇ ਦਿੱਤੇ ਹੈ, ਜਿਹੜੇ ਆਦੇਸ਼ ਪਹਿਲਾਂ ਦਿੱਤੇ ਸੀ ਉਹਦੇ ਉੱਤੇ ਨਿਰਦੇਸ਼ ਦਿੱਤੇ ਹੈ। ਪਹਿਲਾਂ ਇਹ ਕੁਝ ਰਾਜਾਂ ਤੱਕ ਫੈਸਲਾ ਸੀਮਤ ਸੀ ਤੇ ਹੁਣ ਇਹਨੂੰ ਸਮੂਹ ਜਿਹੜੇ ਰਾਜ ਨੇ ਤੇ ਸਣੇ ਉਹਨਾਂ ਦੇ ਜਿਹੜੇ ਕੇਂਦਰ ਸ਼ਾਸਿਤ ਪ੍ਰਦੇਸ਼ ਨੇ ਉਹਨਾਂ ਦੇ ਉੱਤੇ ਲਾਗੂ ਕਰ ਦਿੱਤਾ ਹੈ ਕਿ ਜੇਕਰ ਕੋਈ ਹੇਟ ਸਪੀਚ ਦਿੰਦਾ ਬਿਨਾਂ ਕਿਸੇ ਦੇਰੀ ਦੇ, ਤੁਸੀਂ ਉਹਨਾਂ ਦੇ ਉੱਤੇ ਇਹ ਧਾਰਾਵਾਂ ਜਿਹਦੇ ਵਿੱਚ 153 A, 153 B, 505, 295 ਇਹ ਹੈ ਕਿ ਇਸ ਦੇ ਤਹਿਤ ਤੁਸੀਂ ਧਾਰਾਵਾਂ ਦਰਜ ਕਰਕੇ FIR ਦਰਜ ਕਰੋ ਤੇ ਉਹਨਾਂ ਤੇ ਕਾਰਵਾਈ ਕਰੋ। ਜੇਕਰ ਤੁਸੀਂ ਕਾਰਵਾਈ 'ਚ ਦੇਰੀ ਕਰਦੇ ਹੋ, ਇਹਦਾ ਮਤਲਬ ਇਹ ਹੈ ਕਿ ਇਹ ਕੋਰਟ ਦਾ ਅਪਮਾਨ ਹੈ, ਕਿਉਂਕਿ ਇਹ ਇੱਕ ਧਰਮ ਨਿਰਪੱਖ ਮੁਲਕ ਹੈ। ਧਰਮ ਨਿਰਪੱਖ ਮੁਲਕ ਦੇ ਵਿੱਚ ਕਿਸੇ ਵੀ ਹੇਟ ਸਪੀਚ ਦੀ, ਨਫ਼ਰਤੀ ਭਾਸ਼ਣ ਦੀ ਜਗ੍ਹਾ ਨਹੀਂ ਰਹਿੰਦੀ। KM ਜੋਸਫ ਤੇ ਬੀਬੀ ਨਾਗਰਤਨਾ ਜਿਹੜੇ ਬੈਂਚ ਹੋਰਾਂ ਦੀ ਸੁਣਵਾਈ ਦੇ ਵਿੱਚ ਇਹ ਗੱਲਾਂ ਆਖੀਆਂ ਗਈਆਂ ਤੇ ਉਹਨਾਂ ਨੇ ਇੱਕ ਗੱਲ ਦਾ ਹੋਰ ਜ਼ਿਕਰ ਕੀਤਾ ਹੈ ਕਿ ਅਸੀਂ ਸੈਕੂਲਰ ਕੰਟਰੀਆਂ, ਅਸੀਂ ਧਰਮ ਨਿਰਪੱਖ ਮੁਲਕਾਂ, ਰਾਜਨੀਤੀ ਤੋਂ ਜਦ ਤੱਕ ਧਰਮ ਵੱਖ ਨਹੀਂ ਹੁੰਦਾ, ਜਦ ਤੱਕ ਸਿਆਸੀ ਲੋਕ ਰਾਜਨੀਤੀ 'ਚ ਧਰਮ ਦੀ ਵਰਤੋਂ ਬੰਦ ਨਹੀਂ ਕਰਦੇ, ਉਦੋਂ ਤੱਕ ਇਸ ਚੀਜ਼ ਦੇ ਉੱਤੇ ਰੋਕ ਨਹੀਂ ਲੱਗਦੀ।
ਔਰ ਹੁਣ ਸਮਝਣ ਵਾਲੀ ਗੱਲ ਇਹ ਹੈ ਕਿ ਹੇਟ ਸਪੀਚ ਦਾ ਦਾਇਰਾ ਕੀ ਹੈ, ਇਹਨੂੰ ਕਿਵੇਂ ਕੰਸੀਡਰ ਕੀਤਾ ਜਾਵੇਗਾ, ਇਹਦੇ ਮਾਪਦੰਡ ਕੀ ਹੋਣਗੇ, ਕੀ ਇਹਦਾ ਮਿਸਯੂਜ਼ ਹੋ ਸਕਦਾ ਜਾਂ ਨਹੀਂ, ਇਹ ਸਭ ਸਮਝਣ ਦੇ ਲਈ ਸਾਡੇ ਨਾਲ ਇੱਕ ਅਹਿਮ ਪੈਨਲ ਹੈ। ਉਹਦੇ ਵਿੱਚ ਸੀਨੀਅਰ ਵਕੀਲ ਪ੍ਰਦੀਪ ਵਿਰਕ ਸਾਹਿਬ ਜੁੜਨਗੇ, ਸਾਬਕਾ ਕੇਂਦਰੀ ਮੰਤਰੀ, ਕਈ ਰਾਜਾਂ ਦੇ ਵਿੱਚ ਮੰਤਰੀ ਰਹਿ ਚੁੱਕੇ, ਪੰਜਾਬ ਤੋਂ ਇਲਾਵਾ ਯੂਪੀ ਦੇ ਵਿੱਚ ਵੀ ਬਲਵੰਤ ਸਿੰਘ ਰਾਮੂ ਵਾਲੇ ਵੀ ਸਾਡੇ ਨਾਲ ਇਸ ਚਰਚਾ ਦੇ ਵਿੱਚ ਜੁੜਨਗੇ। ਪਰ ਉਸ ਤੋਂ ਪਹਿਲਾਂ ਕੁਝ ਸਪੀਚਿਸ ਤੁਹਾਨੂੰ ਸੁਣਾਉਣਾ ਚਾਹੁੰਦੇ ਹਾਂ कि ये भी हेट स्पीच का पार्ट होणगियां या नहीं। जहां ये आपको दिखाई दे, मैं कहता हूं अगर इनका दिमाग ठीक करना है, इनकी तबीयत ठीक करनी है, तो एक ही इलाज है, वो है संपूर्ण बहिष्कार। आप इस बात से सहमत हो? हाथ खड़ा करके बोलो सहमत हो। Nothing short of what Mir Jafar did. मीर जाफर ने जो किया था नवाब बनने के लिए, आप सबको पता होगा। मीर जाफर नवाब बनना चाहता था और नवाब बनने के लिए उसने ईस्ट इंडिया कंपनी की मदद ली थी। ईस्ट इंडिया कंपनी हिंदुस्तान में प्रवेश करके मीर जाफर के साथ खड़ी हुई और उसके बाद जो हुआ वो और आप और हम सब जानते हैं, अंग्रेजों का शासन। It would not be an aberration to say that Rahul Gandhi is the present day Mir Jafar of Indian polity. जो इस्लाम के जिहादी लोग उन्होंने भागे हिंदुओं को, आप लोग भ्रम में मत पड़ा करिए, बौद्ध और जैन हिंदू ही है, आपको डिवीजन किया जाता है। तो बौद्ध हिंदू, जो इस्लाम के जिहादी लोग उन्होंने भागे हिंदुओं को, आप लोग भ्रम में मत पड़ा करिए, बौद्ध और जैन हिंदू ही है, आपको डिवीजन किया जाता है। तो बौद्ध हिंदुओं को सड़क पर मारते थे, रास्ता चलते मार देते थे, ये जिहादी लोग मार करके हिंदुओं को सड़क पर डाल देते हैं। क्या आप इसी का इंतजार करोगे? संसद से घोषणा हुई है, धर्म संसद से, अब हम इसका इंतजार नहीं करेंगे। हम भारत के एक एक जिहादी के खिलाफ उठकर खड़े होंगे और इसकी सफाई का काम करेंगे। मोदी ने नारा लगाया है स्वच्छ भारत, हम भी पवित्र भारत भी करेंगे। ਤੇ ਬਿਨਾਂ ਕਿਸੇ ਦੇਰੀ ਤੋਂ ਆਏ ਹੋਏ ਮਹਿਮਾਨਾਂ ਦਾ ਇਸਤਕਬਾਲ ਕਰਦੇ ਹੋਏ ਇਸ ਚਰਚਾ ਦਾ ਆਰੰਭ ਕਰਾਂਗੇ। ਸਭ ਤੋਂ ਪਹਿਲਾ ਸਵਾਲ ਰਾਮੂ ਵਾਲੇ ਸਾਹਿਬ ਤੁਹਾਡੇ ਤੋਂ ਹੈ, ਕਿਉਂਕਿ ਤੁਸੀਂ ਕਈ ਥਾਈਂ ਸਿਆਸਤ ਕੀਤੀ ਹੈ, ਕਈ ਰਾਜਾਂ ਦੇ ਵਿੱਚ ਅਹਿਮ ਜ਼ਿੰਮੇਵਾਰੀ ਅਹੁਦਿਆਂ ਦੇ ਉੱਤੇ ਰਹੇ ਹੋ। ਵੱਡੇ ਰਾਜਾਂ ਦੇ ਵਿੱਚ ਵੱਡੇ ਪੱਧਰ ਦੇ ਉੱਤੇ ਸਿਆਸਤ ਹੁੰਦੀ ਹੈ, ਉਹਦੇ ਵਿੱਚ ਕਈ ਤਰ੍ਹਾਂ ਦੀ ਇਦਾਂ ਦੀ ਸਪੀਚਸ ਅਕਸਰ ਹੀ ਸੁਣਨ ਨੂੰ ਮਿਲਦੀਆਂ ਨੇ। ਮੈਂ ਇੱਕ ਗੱਲ ਤਾਂ ਇਹ ਸਮਝਣੀ ਚਾਹੂੰਗਾ, ਜਿਹੜੀ ਕਿਹਾ ਗਿਆ ਕਿ ਧਰਮ ਨੂੰ ਰਾਜਨੀਤੀ ਤੋਂ ਵੱਖਰਾ ਰੱਖਿਆ ਜਾਵੇ, ਰਾਜਨੀਤੀ ਧਰਮ ਦੀ ਵਰਤੋਂ ਬੰਦ ਕਰਨੀ ਹੋਵੇਗੀ, ਤਾਂ ਹੀ ਅਸੀਂ ਇਸ ਵਾਲੇ ਪਾਸੇ ਤੁਰ ਸਕਦੇ ਹਾਂ ਜਿਵੇਂ ਅਸੀਂ ਧਰਮ ਨਿਰਪੱਖ ਮੁਲਕ ਹੋਣ ਦਾ ਸੁਪਨਾ ਵੇਖਦੇ ਹਾਂ, ਪਰ ਹਾਲੇ ਉਵੇਂ ਉਸ ਰੂਪ 'ਚ ਸਾਕਾਰ ਨਹੀਂ ਹੋਇਆ ਜੋ ਅਦਾਲਤ ਕਹਿੰਦੀ ਹੈ। ਦੂਸਰੀ ਗੱਲ ਇਹ ਆ ਕਿ ਇਸ ਦੇ ਦਾਇਰੇ ਦੇ ਵਿੱਚ ਕਿਹੜੇ ਉਹ ਸਿਆਸਤਦਾਨ ਹੈ ਜਿਨ੍ਹਾਂ ਦੀ ਅਕਸਰ ਜੀਭ ਤਿਲਕਦੀ ਰਹਿੰਦੀ ਹੈ, ਫਿਸਲਦੀ ਰਹਿੰਦੀ ਹੈ ਤੇ ਜਲਦੀ ਆ ਸਕਦੇ ਆ। ਮੈਂ ਸਭ ਤੋਂ ਪਹਿਲਾਂ ਦੋਵੇਂ ਹੱਥ ਜੋੜ ਕੇ ਸਪੋਕਸਮੈਨ ਦੇ ਇਸ ਪ੍ਰੋਗਰਾਮ ਨੂੰ ਸੁਣਨ ਵਾਲੇ ਹੰਸ ਬੁੱਧ ਸਰੋਤਿਆਂ ਨੂੰ ਸਿਰ ਝੁਕਾ ਕੇ ਸਤਿ ਸ੍ਰੀ ਅਕਾਲ ਕਹਿਣਾ। ਦੂਜੀ ਗੱਲ ਇਹ ਹੈ, ਸਤਿ ਸ੍ਰੀ ਅਕਾਲ, ਦੂਜੀ ਗੱਲ ਮੈਂ ਇਹ ਕਹਿਣਾ ਬਈ ਆ ਜਿਹੜਾ ਤੁਸੀਂ ਵਿਸ਼ਾ ਚੁਣਿਆ ਹੈ ਇਹਦੀ ਬੜੀ ਲੋੜ ਸੀ ਜੀ। ਮੈਂ ਇੱਥੋਂ ਸ਼ੁਰੂ ਕਰਦਾ ਹਾਂ। ਹਾਏ ਓ ਮੇਰਾ ਮਾਲਕਾ, ਵੋਟਾਂ ਤੇ ਰਾਜ ਲੈਣ ਦੀ ਬੇਈਮਾਨੀ ਤੇ ਕਮੀਣਗੀ ਤੇ ਇੰਨੀ ਨੀਚਤਾ ਤੱਕ ਚਲੇ ਜਾ ਸਕਦੇ ਆ। ਮੈਂ ਆਪਦੀਆਂ ਅੱਖਾਂ ਨਾਲ ਇਹ ਸ਼ਿਕਾਰ ਖੇਡੀ ਦਾ ਦੇਖਿਆ ਜੀ। 1984 ਤੋਂ ਪਹਿਲਾਂ ਭਾਰਤ ਦੇ ਇੱਕ ਪ੍ਰਧਾਨ ਮੰਤਰੀ ਨੇ ਬਕਾਇਦਾ ਪਲਾਨ ਬਣਾ ਕੇ ਅਕਾਲ ਤਖਤ ਨੂੰ, ਸਿੱਖਾਂ ਨੂੰ, ਇੱਕ ਸਿੱਖਾਂ ਦੇ ਰੂਪ ਨੂੰ, ਉਹਨਾਂ ਦੀਆਂ ਮੰਗਾਂ ਨੂੰ ਐ ਬਣਾਤਾ ਵੀ ਭਾਰਤ ਦੀ ਏਕਤਾ, ਅਖੰਡਤਾ, ਹੋਂਦ, ਹਸਤੀ ਇਹ ਸਾਰੀ ਨੂੰ ਖਤਰਾ ਪੈਦਾ ਕਰੇ ਬਿਨਾ ਤੁਸੀਂ ਬਚ ਹੀ ਨਹੀਂ ਸਕਦੇ, ਤੁਹਾਡਾ ਰਾਜ ਨਹੀਂ ਹੋਣਾ। ਚਲੋ ਮੈਂ ਇਸ਼ਾਰਾ ਕਰਤਾ ਜੀ। ਹੁਣ ਮੈਂ ਬੇਨਤੀ ਕਰਾਂ ਜੀ ਕਿ ਜਿਹੜੀਆਂ ਵੱਡੀਆਂ ਪਾਰਟੀਆਂ ਉਹਨਾਂ ਨੇ ਇਸ ਹਥਿਆਰ ਦੀ ਦੁਰਵਰਤੋਂ ਕਰਨੋਂ ਹਟਣਾ ਨਹੀਂ ਜੀ। ਇਹ ਸਿਆਸੀ ਲੋਕ ਵੱਧ ਕਰਦੇ ਆ ਤੇ ਸਿਆਸੀ ਲੋਕਾਂ ਦੇ ਮੂੰਹ ਤੋਂ ਨਿਕਲੀ ਗੱਲ ਧਰਤੀ ਤੋਂ ਧਰੂ ਤਾਰੇ ਜਿੰਨੀ ਇੱਕ ਮਿੰਟ 'ਚ ਉੱਚੀ ਹੋ ਜਾਂਦੀ ਹੈ ਵੀ ਸੱਚ। ਇਹ ਸੱਚ ਹੈ ਕਰਦੇ ਆ ਕਿ ਮੈਂ ਸਮਝਦਾ
ਮੈਂ ਕਿਸੇ ਹੋਰ ਦਾ ਤਾਂ ਬਹੁਤਾ ਟਿੱਪਣੀ ਨਹੀਂ ਕਰਦਾ ਹੂੰ ਕਿਉਂਕਿ ਮੈਂ ਸਿੱਖ ਧਰਮ ਚੋਂ ਹਾਂ। ਜੀ ਸਿੱਖਾਂ ਨੂੰ ਤਾਂ ਹਦਾਇਤ ਹੈ ਕਿ ਤੁਸੀਂ ਕੁੜੱਤਣ ਕਰ ਹੀ ਨਹੀਂ ਸਕਦੇ, ਨਹੀਂ ਕਰ ਜਿਹਨੂੰ ਸਕਦੇ ਮਰਜ਼ੀ ਧੌਣ ਤੋਂ ਫੜ ਲਓ ਜੇ ਕੁੜੱਤਣ ਕਰਦਾ ਹੈ। ਤੇ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਕਹਿਤਾ ਅਵਲ ਅੱਲਾ ਨੂਰ ਪਾਇਆ ਕੁਦਰਤ ਕੇ ਸਭ ਬੰਦੇ ਹੂੰ ਇੱਕ ਨੂਰ ਤੇ ਸਭ ਜਗ ਉਪਜਿਆ ਕੌਣ ਭਲੇ ਕੋ ਮੰਦੇ। ਬਿਲਕੁਲ ਇਹ ਸਿੱਖਾਂ ਦੀ ਸੁਪਰੀਮ ਕੋਰਟ ਕਹਿੰਦੀ ਹੈ। ਹੂੰ ਜਸਟਿਸ ਜਸਜੀਤ ਸਿੰਘ ਹੁਣ ਕਹਿੰਦੇ ਆ ਨਾ, ਹੂੰ ਇਹ ਤੋਂ ਪਹਿਲਾਂ ਕਹਿਤਾ। ਦੂਜੀ ਗੱਲ ਮਾਨਸ ਕੀ ਜਾਤ, ਬਿਲਕੁਲ ਮਾਨਸ ਕੀ ਜਾਤ ਸਭਾ ਇੱਕ ਪਹਿਚਾਨ ਬੋ, ਇਹ ਹੁਕਮ ਹੈ। ਔਰ ਗੁਰੂ ਗੋਬਿੰਦ ਸਿੰਘ ਨੇ ਭਾਰਤ ਦੀ ਸੰਸਕ੍ਰਿਤੀ ਰੱਖਣ ਤੋਂ ਪਹਿਲਾਂ ਇਹ ਗੱਲ ਕਹੀ। ਹੂੰ ਮੈਂ ਜਿੱਥੇ ਜਸਟਿਸ ਜਸਮੀਤ ਸਿੰਘ ਜੀ ਦਾ ਸਵਾਗਤ ਕਰਦਾ ਉੱਥੇ ਮੈਂ ਬੜੇ ਜ਼ੋਰ ਨਾਲ ਕਹਿੰਦਾ ਕਿ ਬਹੁ ਗਿਣਤੀ ਦਾ ਹੰਕਾਰ ਹੂੰ ਤੇ ਕਈ ਵਾਰੀ ਘੱਟ ਗਿਣਤੀ ਵਿੱਚੋਂ ਹੂੰ ਇਹ ਗੱਲ ਦੀ ਸਹਿਨ ਸ਼ਕਤੀ ਦੀ ਕਮੀ, ਬਿਲਕੁਲ ਇਹ ਟਕਰਾਓ ਰਹਿੰਦਾ ਹੈ। ਤੇ ਮੈਂ ਬਿਲਕੁਲ ਸਮਝਦਾ ਸਾਡਾ ਸੰਵਿਧਾਨ ਜਿਹੜਾ ਪੰਚਸ਼ੀਲ ਦਾ ਸਿਧਾਂਤ ਹੈ, ਯੂਐਨਓ ਦਾ ਸਿਧਾਂਤ, ਦੁਨੀਆ ਦਾ ਸਿਧਾਂਤ ਕਹਿੰਦਾ ਹੈ ਕੋ ਐਗਜ਼ਿਸਟੈਂਸ, ਹੂੰ ਸਹਿ ਹੋਂਦ। ਇਹ ਸਹਿ ਹੋਂਦ ਦੇ ਦੁਸ਼ਮਣ ਬਹੁਤ ਬੈਠੇ ਹੈ, ਹੂੰ ਫਿਰ ਉਹ ਮਾਣ ਨਾਲ ਇਹਨੂੰ ਵਰਤਦੇ ਹੈ। ਸਦੀਆਂ ਤੋਂ ਪੁਰਾਣ ਤੋਂ ਇਹ ਗੱਲ ਚੱਲੀ ਆਉਂਦੀ ਹੈ। ਔਰ ਮੈਂ ਸਾਫ਼ ਕਹਿਣਾ ਕਿ ਬਹੁ ਗਿਣਤੀ ਜਿੱਥੇ ਵੀ ਹੋਵੇ ਉਹ ਇਹਦੀ ਦੁਰਵਰਤੋਂ ਕਰਦੀ ਹੈ। ਪਰ ਅਫਸੋਸ ਕਿ ਭਾਰਤ ਵਿੱਚ ਘੱਟ ਗਿਣਤੀ ਦੇ ਸੱਜਣ ਵੀ ਆਪਦੀਆਂ ਰਾਜਸੀ ਰੋਟੀਆਂ ਸੇਕਣ ਲਈ ਇਹਦੀ ਵਰਤੋਂ ਕਰਦੇ ਆ। ਤੇ ਮੈਂ ਕਲੀਅਰ, ਮੈਂ ਯੂਪੀ ਚ ਮਿਨਿਸਟਰ ਰਿਹਾ, ਮੈਂ ਸਾਰਾ ਕੁਝ ਦੇਖਿਆ, ਮੈਂ ਕੇਂਦਰ ਚ ਦੇਖਿਆ। ਮੈਂ ਇਹ ਬੇਨਤੀ ਕਰਦਾ ਕਿ ਜੇ ਤਾਂ ਦੇਸ਼ ਇਕੱਠਾ ਰੱਖਣਾ ਤਾਂ ਆਪਸੀ ਸਹਿਯੋਗ, ਕੁੜੱਤਣ ਨੂੰ ਬਰਦਾਸ਼ਤ ਕਰਕੇ ਉਹਦਾ ਮੁਲਾਂਕਣ ਕਰਨਾ ਕਿ ਕੌਣ ਗਲਤ ਕੌਣ ਸਹੀ ਹੈ। ਇਹਦੇ ਉੱਤੇ ਪੁਲਿਸ ਉੱਤੇ ਜਸਟਿਸ ਸਾਹਿਬ ਨੇ ਜਾਂ ਸੁਪਰੀਮ ਕੋਰਟ ਨੇ ਹੁਕਮ ਦੇਤਾ। ਪਰ ਤੁਸੀਂ ਹੁਣੇ ਕਿ ਮੇਰੇ ਕੋਲ ਪ੍ਰਾਈਵੇਟ ਗੱਲ 'ਚ ਕਿਹਾ ਸੀ ਕਿ ਪੁਲਿਸ ਗਲਤ ਵਰਤੋਂ ਕਰੂਗੀ। ਪੁਲਿਸ ਗਲਤ ਵਰਤੋਂ ਕਰਕੇ ਬੰਬ ਥੋੜੋ ਸਿੱਟ ਦੂ, ਇਹਦਾ ਇਲਾਜ ਹੈ। ਪਰ ਇਹ ਗੱਲ ਨੂੰ ਨਾ ਛੇੜਨਾ ਇਹ ਮਾੜੀ ਗੱਲ ਸੀ। ਮੈਂ ਇਸ ਲਈ ਪੂਰੀ ਇਸ ਗੱਲ ਦੀ ਸਪੋਰਟ ਕਰਦਾ ਕਿ ਸਹਿਯੋਗ ਰੱਖਣੀ ਚਾਹੀਦੀ ਹੈ। ਔਰ ਘੱਟ ਗਿਣਤੀਆਂ ਦੀਆਂ ਪਰ ਇਹਦੇ ਨਾਲ ਸਵਾਲ ਹੈ ਰਾਮੂਲੇ ਸਾਹਿਬ, ਸਵਾਲ ਇਹ ਹੈ ਕਿ ਧਰਮ ਤੇ ਰਾਜਨੀਤੀ ਨੂੰ ਵੱਖਰਾ ਕੀਤਾ ਜਾ ਸਕਦਾ, ਵੱਖਰਾ ਰੱਖ ਕੇ ਚਲਾਇਆ ਜਾ ਸਕਦਾ। ਬਿਲਕੁਲ ਤੁਹਾਡੀ ਗੱਲ ਸਹੀ ਹੈ। ਧਰਮ ਤੇ ਰਾਜਨੀਤੀ ਵੱਖਰੇ ਕਿਨੇ ਵੀ ਕਰੇ ਬਿਨਾ ਇਹ ਕਰੋਨਾ ਇਹ ਹਟਣਾ ਹੀ ਨਹੀਂ। ਕਰੋਨਾ ਤਾਂ ਭਾਵੇਂ ਹਟ ਜੇ ਦਵਾਈਆਂ ਦੂਜੀਆਂ ਲੈ ਕੇ, ਜਿੰਨਾ ਚਿਰ ਧਰਮ ਤੇ ਰਾਜਨੀਤੀ ਇਕੱਠੇ ਰਹਿਣਗੇ ਇਹ ਬਿਮਾਰੀ ਹਟਣੀ ਨਹੀਂ। ਔਰ ਭਾਰਤ ਘਾਟਾ ਖਾਏਗਾ। ਅੱਜ ਮੈਂ ਪੜ੍ਹਦਾ ਹਟਿਆ ਕਿਸੇ ਪੇਪਰ 'ਚ, ਵਿਦੇਸ਼ਾਂ ਵਿੱਚ ਵੀ, ਇੰਗਲੈਂਡ ਵਿੱਚ, ਕੈਨੇਡਾ, ਅਮਰੀਕਾ 'ਚ ਇਹਨਾਂ ਗੱਲਾਂ ਦਾ ਨੋਟਿਸ ਲੈਣ ਲੱਗ ਗਏ ਲੋਕ ਵੀ ਧਰਮ ਨੂੰ ਰਾਜਨੀਤੀ ਲਈ ਔਰ ਧਰਮ ਦੇ ਨਾਂ ਦੇ ਉੱਤੇ ਆਪਣੀਆਂ ਸ਼ਿਕਾਇਤਾਂ ਔਰ ਧਰਮ ਦੇ ਨਾਂ ਦੇ ਉੱਤੇ ਦੂਜੇ ਨੂੰ ਹੀਨ ਕਰਨ ਲਈ ਦੁਰਵਰਤੋਂ ਹੋ ਰਹੀ। ਅੱਜ ਹੀ ਮੈਂ ਪੜ੍ਹਦਾ ਹਟਿਆ ਹਿੰਦੁਸਤਾਨ ਦੀਆਂ ਸਰਕਾਰਾਂ ਤੇ ਰਾਜਨੀਤਿਕ ਪਾਰਟੀਆਂ ਕਹਿੰਦੀਆਂ, ਮੇਰਾ ਤਜਰਬਾ ਪਾਰਲੀਮੈਂਟਾਂ 'ਚ ਰਹਿ ਕੇ, ਕਮਿਸ਼ਨਾਂ 'ਚ ਰਹਿ ਕੇ, ਘੱਟ ਗਿਣਤੀ ਕਮਿਸ਼ਨ ਹੋਰ ਥਾਂ ਵੀ ਉੱਥੇ ਵੀ, ਕਿ ਜਿਹੜੇ ਬਹੁ ਗਿਣਤੀ ਦੇ ਲੋਕ ਹੈ ਉਹ ਸਮਝਦੇ ਆ ਵੀ ਅਸੀਂ ਕੁਝ ਵੀ ਗੱਲ ਕਹਿ ਦਈਏ ਇਹ ਸਭ ਸਾਨੂੰ ਇਲਹਾਮ ਹੈ। ਬਹੁ ਗਿਣਤੀ ਨੂੰ ਜ਼ਿਆਦਾ ਫਿਕਰਮੰਦੀ ਕਰਨੀ ਪਊ ਕਿ ਧਰਮ ਦੇ ਸ਼ਬਦਾਵਲੀ ਤੇ ਦੂਜੇ ਦੇ ਜ਼ਾਤ ਤੇ ਧਰਮ ਉੱਤੇ ਆਕਰਮਣ ਕਰਨ ਦੇ ਵਿੱਚ ਬੇਰਹਿਮੀ ਨਾ ਵਰਤੀ ਜਾਵੇ, ਸੰਭਲ ਕੇ ਤੇ ਤਿਲਕਣਬਾਜ਼ੀ ਤੋਂ ਬਚਣ ਦੀ ਕੋਸ਼ਿਸ਼ ਕੀਤੀ ਜਾਵੇ। ਬਿਲਕੁਲ ਵਿਰਕ ਸਾਹਿਬ ਨੂੰ ਇਸ ਚਰਚਾ ਦੇ ਵਿੱਚ ਜੋੜਾਂਗੇ, ਉਹਨਾਂ ਤੋਂ ਸਮਝਾਂਗੇ ਕਿ ਕਾਨੂੰਨ ਦੇ ਮਾਇਨੇ, ਮੰਤਵ, ਮਕਸਦ ਕੀ ਨੇ, ਪਰ ਇਹਦਾ ਮਿਸਯੂਜ਼ ਕਿਵੇਂ ਹੋ ਸਕਦਾ। ਕਿਉਂਕਿ ਵਿਰਕ ਸਾਹਿਬ ਚਾਹੇ ਟਾਡਾ ਸੀ, ਯੂਆਪਾ ਹੈ, 295 ਦੀ ਧਾਰਾ ਹੈ, ਇਸ ਦੇ ਤਹਿਤ ਹੁਣ ਤੱਕ ਬਹੁਤ ਸਾਰੇ ਡਾਉਰੀ ਦਾ ਜਿਵੇਂ ਕਾਨੂੰਨ ਆ, ਅਸੀਂ ਦੇਖਦੇ ਹਾਂ ਕਿ ਬਹੁਤ ਸਾਰੇ ਮਿਸਯੂਜ਼ ਹੁੰਦੇ ਆ ਤੇ ਇਹਦੇ ਇਲਜ਼ਾਮਾਤ ਵੀ ਲੱਗਦੇ ਰਹਿੰਦੇ ਆ। ਸੋ ਇਹ ਕਿੰਨਾ ਕੁ ਆਮ ਸੋਸਾਇਟੀ ਲਈ, ਆਮ ਲੋਕਾਂ ਲਈ ਖਤਰਨਾਕ ਹੋ ਸਕਦਾ ਤੇ ਜਿਹੜੇ ਵਾਕਿਆ ਹੀ ਹੇਟ ਸਪੀਚਰਸ ਨੇ ਉਹਨਾਂ ਨੂੰ ਨਕੇਲ ਪਾ ਸਕੇਗਾ ਜਾਂ ਨਹੀਂ। ਸਰ ਮੇਰਾ ਪਰਸਨਲ ਓਪੀਨੀਅਨ ਜਿਹੜਾ ਹੈਗਾ ਉਹ ਐਜ਼ ਅ ਲਾਇਰ ਮੈਂ ਫੀਲ ਕਰਦਾ ਜਜਮੈਂਟ ਆਪਦੇ ਆਪ ਦੇ ਵਿੱਚ ਬਹੁਤ ਅੱਛੀ ਹੈ। ਜੇ ਅਸੀਂ ਡਿਸਕਸ ਕਰਨਾ ਚਾਹੀਏ ਜੀ ਲਾਅ ਦੇ ਪ੍ਰਿੰਸੀਪਲਸ ਦੀ ਗੱਲ ਹੋ ਰਹੀ ਹੈ,
ਇਹ ਕਿਹਾ ਜਾ ਰਿਹਾ ਹੈ ਕਿ ਜੀ ਇਹੋ ਜਿਹੀਆਂ ਚੀਜ਼ਾਂ ਕਰਨੀਆਂ ਚਾਹੀਦੀਆਂ, ਬਟ ਇੱਕ ਸਾਡੇ ਸੇਇੰਗ ਹੁੰਦੀ ਹੈ that law in its majestic equality forbids people from begging in streets, sleeping hungry and being poor. law ਆਪਦੀ ਜਿਹੜੀ ਇੱਕ ਮੈਜੈਸਟਿਕ ਇੱਕ ਸ਼ਾਹੀ ਰੂਪ ਦੇ ਵਿੱਚ ਕਹਿੰਦਾ ਹੈ ਕਿ ਤੁਸੀਂ ਭੁੱਖੇ ਨਾ ਸੌਂ, ਤੁਸੀਂ ਗਰੀਬ ਨਾ ਹੋ ਜੀ, ਇਕੁਐਲਿਟੀ ਦੀ ਗੱਲ ਕਰਦੇ ਹਾਂ ਬਿਲਕੁਲ। ਲੇਕਿਨ ਉਹ ਸੱਚਾਈ ਨਹੀਂ ਹੁੰਦੀ। ਸੱਚਾਈ ਆਹੀ ਹੈ ਕਿ ਉਹ ਸਾਰਾ ਇੱਕ ਡਿਸਪੈਰਿਟੀ ਐਗਜ਼ਿਸਟ ਕਰਦੀ ਹੈ। ਉਸੇ ਤਰ੍ਹਾਂ ਜੇ ਅਸੀਂ ਸੁਪਰੀਮ ਕੋਰਟ ਦੀ ਜਜਮੈਂਟ ਲਈਏ, ਸੁਪਰੀਮ ਕੋਰਟ ਦੀ ਜਿਹੜੀ ਜਜਮੈਂਟ ਦੇ ਵਿੱਚ ਆਫੈਂਸਿਸ ਦੱਸੇ ਗਏ ਹੈ, ਉਹ ਆਫੈਂਸਿਸ ਦੇ ਉੱਤੇ ਬੇਸ਼ੱਕ ਇੱਕ ਜਜਮੈਂਟ ਚੰਗੀ ਹੈ, ਬਹੁਤ ਚੰਗੀ ਹੈ, ਸ਼ੁਰੂਆਤ ਚੰਗੀ ਹੈ, ਪਰ ਇਹਦੇ 3-4 ਪਹਿਲੂ ਸਾਨੂੰ ਦੇਖਣੇ ਪੈਣੇ ਆ। ਪਹਿਲੀ ਗੱਲ, ਇੱਕ ਜਜਮੈਂਟ ਹੈ ਲਲਿਤਾ ਕੁਮਾਰੀ ਵਰਸਸ ਗਵਰਨਮੈਂਟ ਆਫ ਯੂਪੀ, ਮੈਂ ਅਕਸਰ ਉਹ ਜਜਮੈਂਟ ਕੋਟ ਕਰਦਾ ਹੁੰਦਾ ਜੀ। ਉਸ ਜਜਮੈਂਟ ਦੇ ਵਿੱਚ ਆਨਰੇਬਲ ਸੁਪਰੀਮ ਕੋਰਟ ਨੇ ਕਿਹਾ ਕਿ ਕੋਗਨੀਜ਼ੇਬਲ ਅਫੈਂਸ ਰਿਪੋਰਟ ਕਰਨ ਤੇ FIR ਮੈਂਡੇਟਰੀ ਹੈ, ਨਾ ਕਰਨ ਵਾਲੇ ਪੁਲਿਸ ਵਾਲਿਆਂ ਦੇ ਉੱਤੇ ਐਕਸ਼ਨ ਹੋਣਾ ਚਾਹੀਦਾ। ਮੈਨੂੰ ਦੱਸੋ ਕੰਪਲੇਂਟ ਦੇ ਉੱਤੇ ਕਿੰਨੇ ਕੇਸਾਂ 'ਚ ਪਰਚੇ ਦਰਜ ਹੋ ਗਏ ਔਰ ਕਿੰਨੇ ਪੁਲਿਸ ਵਾਲਿਆਂ ਤੇ ਕਾਰਵਾਈ ਹੋ ਗਈ ਅੱਜ ਤੱਕ? ਉਸੇ ਤਰ੍ਹਾਂ ਉਹ ਇੰਨੀ ਸੋਹਣੀ ਜਜਮੈਂਟ ਪ੍ਰੈਕਟੀਕਲੀ ਫੇਲ ਹੋ ਚੁੱਕੀ ਹੈ। ਕੋਰਟ ਦੇ ਵਿੱਚ ਜਾਓ ਤੇ ਤੁਸੀਂ ਦੇਖੋਗੇ ਡਿਸਟ੍ਰਿਕਟ ਕੋਰਟ ਦੇ ਜੱਜਸ ਵੀ ਪੁਲਿਸ ਵਾਲਿਆਂ ਤੇ ਐਕਸ਼ਨ ਨਹੀਂ ਆਰਡਰ ਕਰਦੇ ਕਿ FIR ਕਿਉਂ ਨਹੀਂ ਰਜਿਸਟਰ ਕੀਤੀ। ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਬਾਅਦ ਦੀ ਗੱਲ ਹੈ, ਨਹੀਂ ਤਾਂ ਸੁਪਰੀਮ ਕੋਰਟ ਹੀ ਹੁਣ ਤੱਕ 10 ਪੁਲਿਸ ਵਾਲਿਆਂ ਨੂੰ ਛੱਡੋ 1000 ਪੁਲਿਸ ਵਾਲਿਆਂ ਨੂੰ ਟੰਗ ਚੁੱਕੀ ਸੀ। 10 ਨੂੰ ਵੀ ਟੰਗ ਦਿੰਦੀ ਤੇ ਮੈਸੇਜ ਵੁੱਡ ਹੈਵ ਬੀਨ ਲਾਊਡ ਐਂਡ ਕਲੀਅਰ ਕਿ ਅਸੀਂ ਸੁਪਰੀਮ ਕੋਰਟ ਦੀ ਜਜਮੈਂਟ ਨੂੰ ਮੰਨਣਾ ਹੈ। ਇੱਕ ਜਜਮੈਂਟ ਡਿਲੀਵਰ ਹੋਣਾ ਔਰ ਉਹਦਾ ਇੰਪਲੀਮੈਂਟ ਹੋਣਾ ਦੋ ਟੋਟਲੀ ਅੱਡ ਚੀਜ਼ਾਂ ਹੈ। ਤੁਸੀਂ ਦੇਖੋ, ਇੱਕ ਇੰਡੀਅਨ ਸਾਈਕੀ ਸਮਝੋ, ਬਾਹਰਲੇ ਦੇਸ਼ਾਂ 'ਚ ਔਰ ਇੰਡੀਆ ਦੇ ਵਿੱਚ ਇੱਕ ਬੇਸਿਕ ਫਰਕ ਕੀ ਹੈ? ਸਪੋਜ਼ ਕਰੋ ਕੋਈ ਬੰਦਾ ਕਿਤੇ ਆਪਾਂ ਕਹਿੰਦੇ ਆ ਸੜਕ ਤੇ ਜਾਂਦਾ ਹੋਇਆ ਸਾਈਡ ਤੇ ਥੁੱਕ ਦਿੰਦਾ, ਕੀ ਉਹਨੂੰ ਉਹ ਲੀਗਲ ਹੈ? ਨਹੀਂ। ਪਰ ਉਹਦੇ ਤੇ ਕੋਈ ਫਾਈਨ ਹੋਊਗਾ? ਨਹੀਂ ਹੋਊਗਾ। ਜਦੋਂ ਬੰਦੇ ਨੂੰ ਪਤਾ ਹੈ ਕਿ ਮੈਨੂੰ ਕੋਈ ਸਵਾਲ ਹੀ ਨਹੀਂ ਪੁੱਛੂਗਾ ਇਸ ਚੀਜ਼ ਤੋਂ, ਬੰਦਾ ਆਰਾਮ ਨਾਲ ਕਰੀ ਜਾਊਗਾ। ਦੂਜੇ ਪਾਸੇ ਬਾਹਰ ਲੋਕੀ ਇਹ ਚੀਜ਼ ਕਿਉਂ ਨਹੀਂ ਕਰਦੇ? ਉਹਨਾਂ ਨੂੰ ਪਤਾ ਹੈ ਉਹ ਜਿੰਨਾ ਮਰਜ਼ੀ ਵੱਡਾ ਬੰਦਾ ਹੋਵੇ, ਜਦੋਂ ਫੜਿਆ ਗਿਆ ਉਹਨੇ ਛੁੱਟਣਾ ਨਹੀਂ। ਛੋਟੀ ਜਿਹੀ ਐਗਜ਼ਾਮਪਲ ਲਓ, ਚੰਡੀਗੜ੍ਹ ਦੇ ਵਿੱਚ ਜੇ ਕੈਮਰੇ ਦੇ ਉੱਤੇ ਤੁਹਾਡੀ ਫੋਟੋ ਆ ਗਈ, ਚਲਾਨ ਹੋ ਗਿਆ, ਉਹਨੂੰ ਚਲਾਨ ਭਰਨਾ ਪੈਣਾ। ਸੋ ਲੋਕੀ ਲਾਅ ਫੋਲੋ ਕਰਨ ਲੱਗ ਗਏ ਕਿ ਯਾਰ ਇਰਰਿਸਪੈਕਟਿਵ ਆਫ ਆਰ ਪੋਸਟ ਸਾਡਾ ਚਲਾਨ ਕੱਟਿਆ ਜਾਊ ਜੀ। ਉਸੇ ਤਰ੍ਹਾਂ ਜਿਹੜੀ ਹੇਟ ਸਪੀਚ ਦੀ ਗੱਲ ਆਉਂਦੀ ਹੈ, ਇਹ ਕੋਗਨੀਜ਼ੇਬਲ ਆਫੈਂਸਸ ਹੈ, ਪਰਚਾ ਤਾਂ ਵੈਸੇ ਹੀ ਇਹਨਾਂ ਤੇ ਬਣਦਾ ਹੈ। ਗੱਲ ਇਹ ਹੈ ਕਿ ਇਹਦੀ ਇੰਪਲੀਮੈਂਟੇਸ਼ਨ ਕਿੰਨੀ ਇਫੈਕਟਿਵ ਹੋਊਗੀ। ਦੁਰਵਰਤੋਂ ਤੇ ਮੈਂ ਬਾਅਦ ਚ ਆਉਣਾ, ਪਹਿਲਾਂ ਇਹਦੀ ਇੰਪਲੀਮੈਂਟੇਸ਼ਨ ਤਾਂ ਹੋਵੇ। ਹੇਟ ਸਪੀਚਸ ਦੇ ਉੱਤੇ ਪਰਚਾ ਦਰਜ ਹੋਣਾ ਤਾਂ ਸ਼ੁਰੂ ਹੋਵੇ। ਉਸ ਤੋਂ ਬਾਅਦ ਆਉਂਦਾ ਦੁਰਵਰਤੋਂ। ਦੁਰਵਰਤੋਂ ਤਾਂ ਜੀ ਜਿੱਥੇ ਪਰਚਾ ਦਰਜ ਹੋਣਾ ਹੈ, ਜਿਹੜੇ ਪਾਵਰ ਚ ਨੇ, ਜੇ ਉਹ ਹੇਟ ਸਪੀਚ ਕਰ ਰਹੇ ਹੈ, ਉਹਨਾਂ ਨੂੰ ਆਬਵੀਅਸਲੀ ਗੱਲ ਹੈ, ਕੋਈ ਸਵਾਲ ਨਹੀਂ ਪੁੱਛੂਗਾ। ਹਾਲਾਂਕਿ ਕਿਤੇ ਬਹਿਸ਼ਕਾਰ ਕਹਿਣਾ ਮੇਰਾ ਨਹੀਂ ਖਿਆਲ ਹੇਟ ਸਪੀਚ ਹੈ। ਮੈਂ ਜਿਹੜੇ ਵੀਡੀਓਜ਼ ਤੁਸੀਂ ਦਿਖਾ ਰਹੇ ਸੀ, ਮੈਂ ਉਹਨਾਂ ਨੂੰ ਦੇਖ ਰਿਹਾ ਸੀ। ਇੱਕ ਪੋਲੀਟੀਕਲ ਕ੍ਰਿਟਿਸਿਜ਼ਮ ਕਰਨਾ ਲੀਡਰ ਆਫ ਮਤਲਬ ਜਿਹੜੀ ਵੀ ਤੁਹਾਡੀ ਦੂਜੀਆਂ ਪਾਰਟੀਆਂ ਨੇ, ਆਈ ਵੋਂਟ ਸੇ ਜਸਟ ਲੀਡਰ ਆਫ ਆਪੋਜੀਸ਼ਨ, ਉਹਦਾ ਕਿਸੇ ਪੋਲੀਟੀਕਲ ਫਿਗਰ ਨਾਲ ਕੰਪੇਅਰ ਉਹਨੂੰ ਕਰ ਦੇਣਾ ਜਾਂ ਕਿਸੇ ਪਾਸਟ ਦੇ ਕਿਸੇ ਹਿਸਟੋਰੀਕਲ ਫਿਗਰ ਨਾਲ ਕੰਪੇਅਰ ਕਰਨਾ, ਉਹ ਹੇਟ ਸਪੀਚ ਦੇ ਵਿੱਚ ਤਾਂ ਨਹੀਂ ਆਊਗਾ। ਇੱਥੇ ਹੇਟ ਸਪੀਚ ਦਾ ਮਤਲਬ ਹੈ ਜਿੱਥੇ ਕਿਤੇ ਨਾ ਕਿਤੇ ਦੇਸ਼ ਦੀ ਅਖੰਡਤਾ ਨੂੰ ਖਤਰਾ ਪੈਦਾ ਕੀਤਾ ਜਾ ਰਿਹਾ, ਉਹੋ ਜੀ ਹੇਟ ਸਪੀਚ। ਹੁਣ ਜੇ ਕੋਈ ਇਨਸਾਨ ਆਪਦੇ ਆਪ ਨੂੰ ਦੇਸ਼ ਦੇ ਉਲਟ ਕਹਿ ਰਿਹਾ ਹੈ, ਮਤਲਬ ਉਹ ਆਪਦੇ ਆਪ ਨੂੰ ਇੰਸਟੈਡ ਆਫ ਆਈਡੈਂਟੀਫਾਈਂਗ ਹਿਮਸੈਲਫ, ਹੁਣ ਮੈਂ ਜੇ ਆਪਦੇ ਆਪ ਨੂੰ ਇੱਕ ਸਿੱਖ ਰੈਫਰ ਕਰਦਾ, ਉਹਦੇ 'ਚ ਕੁਝ ਗਲਤ ਨਹੀਂ ਹੈ, ਮੈਂ ਸਿੱਖ ਹਾਂ। ਲੇਕਿਨ ਜੇ ਮੈਂ ਦੂਜਿਆਂ ਦੇ ਅਗੇਂਸਟ ਇਨਸਟੀਗੇਟ ਕਰ ਰਿਹਾ, ਕੋਈ ਉਹਨਾਂ ਦੇ ਖਿਲਾਫ ਗਲਤ ਕੰਮ ਕਰਨ ਦਾ, ਕੋਈ ਲੀਗਲ ਐਕਟ ਦੀ ਮੰਗ ਚੁੱਕ ਰਿਹਾ, ਕੋਈ ਇਲੀਗਲ ਐਕਸ਼ਨ ਦੇ ਲਈ ਕਹਿ ਰਿਹਾ, ਫਿਰ ਉਹ ਹੇਟ ਸਪੀਚ ਹੈ। ਪਰ ਗੱਲ ਇਹ ਹੈ ਕਿ ਜੇ ਪੁਲਿਸ ਨੇ ਐਕਸ਼ਨ ਲੈਣਾ ਹੁਣ ਦਾ, ਤੇ ਆਨਰੇਬਲ ਸੁਪਰੀਮ ਕੋਰਟ ਦੀ ਜਜਮੈਂਟ ਦੀ ਲੋੜ ਹੀ ਨਾ ਹੁੰਦੀ, ਪੁਲਿਸ ਵੈਸੇ ਹੀ ਇਫੈਕਟਿਵ ਹੁੰਦੀ। ਮੈਂ ਵਿਰਕ ਸਾਹਿਬ ਭੁੱਲ ਨਾ ਜਾਵਾਂ, ਤੁਹਾਡੀ ਤਕਰੀਰ ਦੇ ਵਿੱਚ ਨਾ ਇੱਕ ਗੱਲ ਬੜੀ ਸੋਹਣੀ ਹੈ ਕਿ ਕਰੂਗਾ ਤਾਂ ਕਰੂ ਕੌਣ। ਗੱਲ ਇਹ ਹੈ ਵੀ ਬਿੱਲੀ ਦੇ ਗੱਲ ਟੱਲੀ ਬੰਨੂ ਤਾਂ ਬੰਨੂ ਕੌਣ। ਮੈਂ ਰਾਮੂ ਵਾਲੇ ਸਾਹਿਬ ਨੂੰ ਪੁੱਛਣਾ ਚਾਹੁੰਦਾ, ਰਾਮੂ ਵਾਲੇ ਸਾਹਿਬ, ਇਹ ਸਿੱਧਾ ਇਸ਼ਾਰਾ ਉਧਰ ਉਹਨਾਂ ਨਾਡੂ ਖਾਨਾ ਵੱਲ ਹੈ ਜਿਹੜੇ ਮੁੱਛਾਂ ਨੂੰ ਤਾ ਦੇ ਕੇ ਜਿਹੜੀਆਂ ਸਰਕਾਰਾਂ ਪੁਲਿਸ ਨੂੰ ਆਪਦੇ ਕਬਜ਼ੇ 'ਚ ਰੱਖਦੀਆਂ ਨੇ। ਜੇ ਸਭ ਤੋਂ ਵੱਧ ਹੇਟ ਸਪੀਚ ਦੇਣ ਵਾਲੇ ਤਾਂ ਇਹ ਚਿੱਟੇ ਕੁੜਤੇ ਪਜਾਮੇ ਵਾਲੇ ਹੁੰਦੇ ਆ, ਤੇ ਇਹਨਾਂ ਨੂੰ ਫਿਰ ਕੌਣ, ਇਹਨਾਂ ਦੇ ਖਿਲਾਫ ਕੌਣ ਕਾਰਵਾਈ ਕਰੂਗਾ ਜਦੋਂ ਪੁਲਿਸ ਹੀ ਆਪਣੀ ਹੋਊਗੀ, ਸਾਰਾ ਕੰਮ ਹੀ ਆਪਣਾ ਹੋਊਗਾ। ਮੈਂ ਚੀਮਾ ਸਾਹਿਬ ਤੁਹਾਡੀ ਗੱਲ ਨੂੰ ਮੈਂ ਬੜਾ ਜ਼ੋਰ ਨਾਲ ਕਹਿਣਾ ਚਾਹੁੰਦਾ ਸੀ। ਮੈਂ ਹੁਣੇ ਇਹਨਾਂ ਦੀ ਗੱਲ ਤੋਂ ਕਿਹਾ ਸੀ ਵੀ ਮੈਨੂੰ ਤਾਂ ਐਂ ਲੱਗਦਾ ਵੀ ਸੁਪਰੀਮ ਕੋਰਟ ਦੇ ਫੈਸਲੇ ਤੋਂ ਮਗਰੋਂ ਤੇ ਜੇ ਗੋਲੀ ਸਪਰਿੰਟ ਜਿੰਨੀ ਹੋਈ ਸਜ਼ਾ
ਜਿਹੜੇ ਇਹ ਕੰਮ ਕਰਦੇ ਆ ਉਹ ਤਾਂ 골ਡ ਮੈਡਲ ਲੈਣ ਲਈ ਇਹਦੀ ਵਰਤੋਂ ਕਰੀ ਜਾਣਗੇ ਵੀ ਇਹ ਕਰਨ ਨਾਲ ਵੋਟਾਂ ਮਿਲਦੀਆਂ ਤੇ ਮਜ਼ਬੂਤ ਹੁੰਦੇ ਆ। ਗੱਲ ਇਹ ਅਸਲ ਵਿੱਚ ਤਾਂ ਲੋੜ ਹੈ ਕਿ ਜਿਵੇਂ ਝੱਗ ਸੁੱਟਦੇ ਜੀ ਹਲਕੇ ਵਿੱਚ ਜਾਨਵਰ ਦੇ ਮੂੰਹ ਦੇ ਉੱਤੇ ਲੋਹੇ ਦੀ ਛਿੱਕਲੀ ਤੇ ਜੀਭ ਨੂੰ ਜਿੰਦਾ ਲਾਉਣ ਤੱਕ ਦੀ ਕੋਈ ਗੱਲ ਹੋਣੀ ਚਾਹੀਦੀ ਹੈ। ਮੈਨੂੰ ਇਸ ਹੁਕਮ ਵਿੱਚੋਂ ਕਿ ਬਹੁਤਾ ਨਤੀਜਾ ਨਿਕਲਦਾ ਨਜ਼ਰ ਹਾਲੇ ਨਹੀਂ ਆਉਂਦਾ, ਜੀ ਆਉਣ ਵਾਲੇ 'ਚ ਆ ਜਾਊਗਾ। ਤੁਸੀਂ ਮੇਰੇ ਤੇ ਸਵਾਲ ਕੀਤਾ ਵੀ ਕੀ ਇਹਦੇ ਵਿੱਚੋਂ ਕੋਈ ਰਿਜ਼ਲਟ ਨਿਕਲਣਗੇ, ਕੀ ਆਪਾਂ ਕਰ ਸਕਾਂਗੇ। ਮੈਂ ਸਪਸ਼ਟ ਕਹਿਣਾ ਚਾਹੁੰਦਾ ਜੀ ਕਿ ਜਿਹੜੀਆਂ ਜਿਨ੍ਹਾਂ ਨੂੰ ਗੁੜਤੀ ਪਾਰਟੀਆਂ ਕੁਝ ਲੀਡਰਾਂ ਨੂੰ ਦਿੰਦੀਆਂ ਹੀ ਹੈ ਵੀ ਤੂੰ ਜ਼ਬਾਨ ਕੌੜੀ ਬੋਲਣੀ ਹੈ, ਤੂੰ ਜ਼ਬਾਨ ਖਰਵੀ ਬੋਲਣੀ ਹੈ, ਤੂੰ ਜ਼ਬਾਨ ਜ਼ਖਮ ਕਰਨ ਵਾਲੀ ਬੋਲਣੀ ਹੈ ਤੇ ਤੂੰ ਜ਼ਬਾਨ ਹੰਕਾਰ ਦੀ ਬੋਲਣੀ ਹੈ। ਇਹ ਰਾਜਨੀਤੀ ਦਾ ਵੱਡਾ ਖੇਡ ਹੈ। ਮੈਂ ਤੁਹਾਨੂੰ ਇਸੇ ਕਰਕੇ ਸ਼ੁਰੂ 'ਚ ਗੁਰੂ ਸਾਹਿਬਾਨ ਦਾ ਜ਼ਿਕਰ ਕੀਤਾ ਸੀ ਕਿ ਇਹਦਾ ਇਲਾਜ ਕੀ ਕਰੋਗੇ, ਕਰ ਲਓ FIR ਤਾਂ ਮੈਡਲ ਬਣਾ ਕੇ ਵਰਤਣਗੇ ਜਿਹੜੇ ਇਹ ਕੰਮ ਕਰਦੇ ਆ। ਇਹਦੇ ਨਾਲ ਕੀ ਕਿੱਥੋਂ ਤੱਕ ਜਾਓਗੇ, ਕਿੰਨਾ ਕਰ ਸਕੋਗੇ। ਮੈਨੂੰ ਇਸ ਕਾਨੂੰਨ ਚੋਂ ਜੱਜ ਸਾਹਿਬ ਦੇ ਹੁਕਮ ਚੋਂ ਉਹਨਾਂ ਦੀ ਇਮਾਨਦਾਰੀ ਤੇ ਫਿਕਰਮੰਦੀ ਤਾਂ ਨਜ਼ਰ ਆਉਂਦੀ ਹੈ, ਪਰ ਨਤੀਜੇ ਦੇਸ਼ ਲਈ ਬਹੁਤ ਵਧੀਆ ਹੋਣਗੇ। ਸਿਆਸਤ 'ਚ ਨਿਖਾਰ ਆ ਜਾਏਗਾ, ਮਿਆਰ ਆ ਜਾਏਗਾ, ਸਦਭਾਵਨਾ ਵੱਧ ਜਾਏਗੀ। ਮੈਨੂੰ ਕੋਈ ਉਮੀਦ ਨਹੀਂ ਤੇ ਬਲਕਿ ਜੋ ਸਟੇਜ ਤੇ ਉਹ 6 ਮਹੀਨੇ ਕੱਟ ਕੇ ਆਇਆ ਕਰੂ ਤੇ ਸਟੇਜ ਤੇ ਜਿਹੜਾ ਬਹੁਤਾ ਕੌੜਾ ਬੋਲ ਕੇ ਗਿਆ ਉਹਨੂੰ ਦਾੜੇ ਪਹਿਲਵਾਨ ਨੂੰ ਪੇਸ਼ ਕਰਿਆ ਕਰਨਗੇ। ਆਹ ਸਾਡਾ ਹੀਰਾ, ਇਹ ਪਿੱਛੇ ਨਹੀਂ ਝੁਕਿਆ, ਇਹਨੂੰ ਜੇਲ੍ਹ ਦੀਆਂ ਸੀਖਾਂ ਪਿੱਛੇ ਰਹਿਣਾ ਪੈ ਗਿਆ, ਪਰ ਇਹਨੇ ਆਹ ਕੀਤਾ। ਮੈਂ ਰਾਜਨੀਤੀ ਮੰਚਾਂ ਉੱਤੋਂ ਰਾਜਨੀਤੀ 'ਚ ਜਿਹਦੀ ਸਜ਼ਾ ਜੁੱਤੀਆਂ ਵੱਜਣੀਆਂ ਚਾਹੀਦੀਆਂ ਉਹਦੀ ਥਾਂ ਤੇ ਮੈਂ ਜਕਾਰੇ ਛੁੱਟਦੇ ਤੇ ਸ਼ਾਬਾਸ਼ ਹੁੰਦੀ ਤੇ ਬੱਲੇ ਬੱਲੇ ਹੁੰਦੀ ਤੇ ਜਿੱਤ ਹੁੰਦੀ। ਉਹਨਾਂ ਕੰਮਾਂ 'ਚ ਦੇਖੀ ਹੈ ਇਹ ਤੁਸੀਂ ਸ਼ਾਬਾਸ਼ ਚੀਮਾ ਸਾਹਿਬ, ਤੁਸੀਂ ਫਿਕਰਮੰਦੀ ਦਾ ਸਪੋਕਸਮੈਨ ਵਾਲੇ ਹੋ, ਤੁਸੀਂ ਇਹ ਵਿਸ਼ਾ ਚੁਣਿਆ, ਪਰ ਮੈਨੂੰ ਇਹਦੇ ਨਤੀਜਿਆਂ ਨੂੰ ਜਦੋਂ ਮੈਂ ਦੇਖਦਾ ਤਾਂ ਕੋਈ ਉਤਸ਼ਾਹ ਜਾਂ ਤਾੜੀਆਂ ਮਾਰਨ ਨੂੰ ਤੇ ਜਾਂ ਬਾਹਾਂ ਉੱਚੀਆਂ ਕਰਕੇ ਹੈਪੇ ਹੁਰਰਾ ਕਹਿਣ ਨੂੰ ਦਿਲ ਨਹੀਂ ਕਰਦਾ। ਇਹਦੇ ਵਿੱਚੋਂ ਕੁਝ ਨਹੀਂ ਨਿਕਲਣਾ। ਇੱਕ ਕੱਚੇ ਜੇ ਨਵੇਂ ਅੱਧ ਘਟੜ ਕਮਲੇ ਤੇ ਜਿਹੜੇ ਗਲਤ ਗੱਲਾਂ ਜਾਣ ਕੇ ਕਰਦੇ ਆ, ਇਹੋ ਜਿਹੀਆਂ ਕਰਨ ਵਾਲਿਆਂ ਦੇ ਸਿਰ ਦੇ ਉੱਤੇ ਕਿਤੇ ਸਿਹਰੇ ਨਾ ਵੱਜ ਜਾਣ, ਮੈਨੂੰ ਤਾਂ ਇਹ ਡਰ ਹੈ। ਰਾਮੂਲੇ ਸਾਹਿਬ, ਤੁਹਾਡੇ ਫਿਕਰ ਦੇ ਵਿੱਚੋਂ ਨਿਕਲੀ ਹੋਈ ਇਸ ਗੱਲ ਨੂੰ ਸਵਾਲ ਦੇ ਰੂਪ 'ਚ ਮੈਂ ਵਿਰਕ ਸਾਹਿਬ ਕੋਲ ਲੈ ਕੇ ਜਾਊਂਗਾ। ਵਿਰਕ ਸਾਹਿਬ, ਗੱਲ ਇਹ ਹੈ ਜਿਹੜੀਆਂ ਧਾਰਾਵਾਂ ਇਸ ਤਹਿਤ ਰੱਖੀਆਂ ਗਈਆਂ ਨੇ, ਮਤਲਬ ਕਿੰਨੀਆਂ ਕੁ ਸਖਤ ਨੇ ਇਹਦੇ, ਮਤਲਬ ਇਟਸ ਅਵੇਲੇਬਲ ਔਰ ਨਾਨ ਅਵੇਲੇਬਲ। ਮਤਲਬ ਗੱਲ ਇਹ ਹੈ ਵੀ ਕਿ ਕਿਤੇ ਬੰਦੇ ਨੂੰ ਛੇਤੀ, ਜਿਵੇਂ ਰਾਮੂਲੇ ਸਾਹਿਬ ਨੇ ਕਿਹਾ ਵੀ ਹੀਰੋ ਬਣਾ ਦਿਆ ਕਰਨਗੇ, ਕਿਤੇ ਉਹ ਗੱਲ ਤਾਂ ਨਹੀਂ ਹੋਊਗੀ ਸਰ? ਛੇਤੀ ਉਹਨਾਂ ਦੇ ਛੁੱਟਣ ਦਾ ਸ਼ਾਇਦ ਮਤਲਬ ਇਹ ਹੈ ਕਿ ਸਜ਼ਾ ਭਾਵੇਂ ਹੋਗੀ, ਸਜ਼ਾ ਮਾਫ ਕਰਨ ਦੇ ਰਸਤੇ ਹੁੰਦੇ ਆ। ਜੇ ਕਿਸੇ ਨੇ ਪੋਲੀਟੀਕਲ ਹੀਰੋ ਬਣਾਉਣਾ, ਭਾਵੇਂ ਸਜ਼ਾ 10 ਸਾਲ ਦੀ ਹੋਗੀ ਤਾਂ ਵੀ ਉਹਨੂੰ ਪਹਿਲਾਂ ਛੱਡ ਦਿਓ ਜੀ, ਸਜ਼ਾ ਮਾਫ ਕਰਤੀ ਜਾਂ 100 ਤਰੀਕੇ ਸਰਕਾਰ ਨੇ ਕੱਢ ਲਏ। ਪਰ ਇੱਥੇ ਗੱਲ ਇਹ ਹੈ ਕਿ ਸਜ਼ਾ ਤੱਕ ਵੀ ਚੀਜ਼ ਜਾਊਗੀ ਕਿ ਰੰਜਿਸ਼ਾਂ ਕੱਢਣ ਲਈ ਇਹਨੂੰ ਯੂਜ਼ ਕੀਤਾ ਜਾਊਗਾ ਜਾਂ ਉਹੀ ਗੱਲ ਹੈ ਆਪੋਜੀਸ਼ਨ ਨੂੰ ਦਬਾਉਣ ਲਈ ਯੂਜ਼ ਕੀਤਾ ਜਾਊਗਾ। ਛੋਟੀ ਜਿਹੀ ਮੈਂ ਐਗਜ਼ਾਮਪਲ ਦਿੰਨਾ, ਪੰਜਾਬ ਦੇ ਵਿੱਚ ਜਦੋਂ ਆਮ ਆਦਮੀ ਪਾਰਟੀ ਸਰਕਾਰ ਆਈ ਸੀ, ਮੈਂ ਕੋਈ ਆਮ ਆਦਮੀ ਪਾਰਟੀ ਦੇ ਖਿਲਾਫ ਨਹੀਂ ਹਾਂ, ਮੈਂ ਤਾਂ ਪੰਜਾਬ ਦੇ ਹਾਲਾਤ ਨਾਲ ਥੋੜਾ ਜ਼ਿਆਦਾ ਜੁੜਿਆ ਹੋਇਆ, ਸੋ ਮੈਂ ਉਹ ਐਗਜ਼ਾਮਪਲ ਦੇ ਸਕਦਾ। ਤੇ ਇੱਕ ਕਾਂਗਰਸ ਲੀਡਰ ਤੇ ਆਈ ਥਿੰਕ ਮਸਲਕਾ ਲਾਂਬਾ ਸੀਗੇ, ਇੱਕ ਬੀਜੇਪੀ ਦਾ ਲੀਡਰ ਤੇ ਤੇਜਿੰਦਰਪਾਲ ਬੱਗਾ ਸੀਗੇ ਸ਼ਾਇਦ, ਐਂਡ ਇੱਕ ਕਿਸੇ ਹੋਰ ਲੀਡਰ, 3 ਜਾਣਿਆਂ ਤੇ ਅੱਡ-ਅੱਡ ਪਾਰਟੀਆਂ ਦੇ ਸਡਨਲੀ FIR ਹੋਈ ਔਰ ਉਹਨਾਂ ਨੂੰ ਸਿੱਧਾ ਪੁਲਿਸ ਅਰੈਸਟ ਕਰਨ ਗਈ। ਸਾਈਬਰ ਕ੍ਰਾਈਮ 'ਚ ਪਰਚਾ ਹੋਇਆ ਕਿ ਜੀ ਦੇਖੋ ਇਹਨਾਂ ਨੇ ਕ੍ਰਿਟਿਸਿਜ਼ਮ ਕੀਤਾ ਹੈ। ਸਰ, ਕ੍ਰਿਟਿਸਿਜ਼ਮ ਇਜ਼ ਦੀ ਹਾਲਮਾਰਕ ਆਫ ਡੈਮੋਕ੍ਰੇਸੀ। ਜੇ ਅਸੀਂ ਆਪਦੇ ਲੀਡਰ ਨੂੰ ਕ੍ਰਿਟਿਸਾਈਜ਼ ਨਹੀਂ ਕਰ ਸਕਦੇ, ਫਿਰ ਡੈਮੋਕ੍ਰੇਸੀ ਨਹੀਂ ਹੈ, ਫਿਰ ਡਿਕਟੇਟਰਸ਼ਿਪ ਹੈ ਜੀ। ਹੁਣ ਉਸ ਚੀਜ਼ ਨੂੰ ਕਿਉਂਕਿ ਇੱਕ ਨੂੰ ਬੀਜੇਪੀ ਨੇ ਬੈਕ ਕਰਤਾ, ਦੂਜੇ ਨੂੰ ਕਾਂਗਰਸ ਨੇ ਕਰਤਾ, ਉਸ ਕਰਕੇ ਹਾਈ ਕੋਰਟ ਦੇ ਵਿੱਚ ਕੇਸ ਇਫੈਕਟਿਵਲੀ ਵੀ ਲੜੇ ਗਏ ਔਰ ਆਨਰੇਬਲ ਹਾਈ ਕੋਰਟ ਨੇ FIR ਸਕੁਆਸ਼ ਵੀ ਸ਼ਾਇਦ ਕੀਤੀਆਂ। ਹੁਣ ਤੁਸੀਂ ਮੈਨੂੰ ਦੱਸੋ, ਹੇਟ ਸਪੀਚ ਜਿਸ ਤਰ੍ਹਾਂ ਹੈ, ਜਦੋਂ ਇਹੋ ਜਿਹੇ ਕਾਨੂੰਨਾਂ ਦੀ ਇੱਕ ਕ੍ਰਿਟਿਸਿਜ਼ਮ ਤੇ ਦੁਰਵਰਤੋਂ ਹੋ ਰਹੀ ਹੈ ਤੇ ਉਹੋ ਜਿਹੀ ਚੀਜ਼ ਨੂੰ ਹੇਟ ਸਪੀਚ ਦਾ ਟਰਨ ਦੇ ਕੇ, ਪਰਚਾ ਦੇ ਕੇ, ਨਾਨ ਅਵੇਲੇਬਲ ਆਫੈਂਸ ਸ਼ੋ ਕਰਕੇ ਅੰਦਰ ਰੱਖਣਾ ਕਿੰਨਾ ਕੁ ਸੌਖਾ ਹੈ?
ਠੀਕ ਔਰ ਹੈ। ਜੇ ਆਏ ਆਪੋਜੀਸ਼ਨ ਨੂੰ ਤੁਸੀਂ ਦੱਬਣਾ ਹੈ ਅੰਦਰ ਬੰਦੇ ਨੂੰ ਦੇ ਕੇ ਫੇਰ ਕਹਿ ਦਿਓ ਜੀ ਇਹਦੇ ਕੋਲੋਂ ਮੋਬਾਈਲ ਰਿਕਵਰ ਹੋ ਗਏ, ਇਹਦੇ ਕੋਲੋਂ ਜੇਲ੍ਹ ਦੇ ਵਿੱਚ ਡਰੱਗਸ ਪਹੁੰਚ ਗਈਆਂ, ਕਿਵੇਂ ਗਈਆਂ ਉਹ ਅੱਜ ਤੱਕ ਸਰਕਾਰ ਨੇ ਕਦੇ ਜਵਾਬ ਨਹੀਂ ਦਿੱਤਾ। ਵਿਰਕ ਸਾਹਿਬ, ਤੁਹਾਡੇ ਆਪਣੀ channel ਤੇ ਇਸ ਚਰਚਾ ਤੋਂ ਪਹਿਲਾਂ ਮੇਰੇ ਕੋਲ ਕਿਸੇ ਨੇ ਫਿਕਰਮੰਦੀ ਜ਼ਾਹਰ ਕਰਦੇ ਹੋਏ ਇੱਕ ਸਵਾਲ ਪੁੱਛਿਆ ਸੀ ਕਿ ਸਾਡੇ ਜਿਹੜੇ ਫੰਡਾਮੈਂਟਲ ਰਾਈਟਸ ਨੇ ਕਿਤੇ ਉਹਨਾਂ ਦਾ ਘਾਣ ਤਾਂ ਨਹੀਂ ਹੋ ਜਾਏਗਾ? ਸਰ ਦੇਖੋ, ਫੰਡਾਮੈਂਟਲ ਰਾਈਟ ਤਾਂ ਪਹਿਲਾਂ ਸੈਕੂਲਰਿਜ਼ਮ ਜਿਹੜਾ ਇੱਕ ਫੈਬਰਿਕ ਹੈ ਉਹ ਸਭ ਤੋਂ ਇੰਪੋਰਟੈਂਟ ਹੈ ਕਿ ਸੈਕੂਲਰ ਫੈਬਰਿਕ, ਠੀਕ ਹੈ ਸਰ, ਉਹ ਕਾਨੂੰਨ ਨੇ ਨਹੀਂ ਲਿਆਉਣਾ ਹੁੰਦਾ, ਸਾਡੇ ਦਿਲਾਂ 'ਚ ਵਸਦਾ ਹੈ। ਛੋਟੀ ਜਿਹੀ ਐਗਜ਼ਾਮਪਲ ਲੈਣਾ, ਤੁਸੀਂ ਨਾ ਪੱਗ ਬੰਨ੍ਹਦੇ ਹੋ, ਮੈਂ ਨਹੀਂ ਬੰਨ੍ਹਦਾ, ਤੁਸੀਂ ਕਿਤੇ ਚਲੇ ਜਾਓ ਤੁਸੀਂ ਦੇਖੋਗੇ ਤੁਹਾਨੂੰ ਸਾਰੇ ਧਰਮਾਂ ਦੇ ਲੋਕ ਨਾ ਬੜੀ ਰਿਸਪੈਕਟਫੁਲੀ ਟਰੀਟ ਕਰਨਗੇ ਜੀ। ਮੈਂ ਪੱਗ ਨਹੀਂ ਬੰਨ੍ਹਦਾ ਸੋ ਮੈਂ ਦੇਖਣ ਨੂੰ ਸਿੱਖ ਨਹੀਂ ਲੱਗਾਂਗਾ, ਤੁਹਾਨੂੰ ਕਰਨਗੇ। ਕਿਉਂ ਕਰਨਗੇ? ਤੁਸੀਂ ਇੱਕ ਆਇਡੈਂਟੀਟੀ ਕੈਰੀ ਕਰ ਰਹੇ ਹੋ, ਜਿਸ ਆਇਡੈਂਟੀਟੀ ਨੂੰ ਇੱਕ ਅੱਡ ਧਰਮ ਹੁੰਦਿਆਂ ਵੀ ਹਰ ਧਰਮ ਦਾ ਹਿੱਸਾ ਮੰਨਿਆ ਜਾਂਦਾ ਹੈ ਜੀ। ਕਾਈਂਡਲੀ ਕਰੈਕਟ ਮੀ ਇਫ ਆਮ ਰੋਂਗ। ਨਹੀਂ ਠੀਕ ਹੈ ਸਰ। ਜੇ ਹਿੰਦੂ ਹੋਊਗਾ ਉਹ ਕਹੂਗਾ ਜੀ ਤੁਸੀਂ ਸਿੱਖ ਹੋ, ਤੁਸੀਂ ਤਾਂ ਲੈ ਮੇਰੇ ਨਾਲ ਦੇ ਹੋ। ਜੇ ਮੁਸਲਮਾਨ ਕੋਈ ਹੋਊਗਾ ਉਹ ਵੀ ਕਹੂਗਾ ਲੈ ਤੁਸੀਂ ਤਾਂ ਭਰਾ ਹੋ ਮੇਰੇ, ਤੁਸੀਂ ਮੁਸਲਮਾਨ ਹੋ। ਕਿਉਂ? ਸਾਡੇ ਤਾਂ ਨੀਂਹ ਵੀ ਇੱਕ ਮੁਸਲਮਾਨ ਨੇ ਰੱਖੀ ਸੀ, ਗੁਰੂ ਆਪਣੇ ਹਰਮੰਦਰ ਸਾਹਿਬ ਦੀ। ਜੀ ਠੀਕ ਨਹੀਂ ਗੱਲ? ਬਿਲਕੁਲ ਠੀਕ। ਉਸੇ ਤਰ੍ਹਾਂ ਕ੍ਰਿਸਚੀਅਨ ਹੋਊਗਾ ਉਹ ਵੀ ਖੁਸ਼ ਹੋ ਕੇ ਕਹੂਗਾ ਨਹੀਂ ਨਹੀਂ ਜੀ ਤੁਸੀਂ ਤਾਂ ਸਾਡੇ ਨਾਲ ਦੇ ਹੋ। ਕਹਿੰਦੇ ਨਾ ਗੁਰੂ ਨਾਨਕ ਸ਼ਾਹ ਫਕੀਰ, ਹਿੰਦੂਆਂ ਕੇ ਗੁਰੂ ਮੁਸਲਮਾਨੋਂ ਕੇ ਪੀਰ। ਬਿਲਕੁਲ। तो ਸਾਡੇ ਲਈ ਤਾਂ ਇੱਕ ਸੈਕੂਲਰ ਫੈਬਰਿਕ ਇੰਡੀਆ ਦਾ ਮੇਨਟੇਨ ਕਰਨਾ ਬਹੁਤ ਸੌਖਾ ਹੈ ਸਿੱਖਾਂ ਲਈ, ਕਿਉਂਕਿ ਹਰ ਪਾਸੇ ਮਿਕਸ ਹੋ ਜਾਂਦੇ ਹੈ, ਕਿਤੇ ਨਹੀਂ ਜਾਣਾ। ਲੇਕਿਨ ਇਸ ਲਾਅ ਦੀ ਜਿਹੜੀ ਦੁਰਵਰਤੋਂ ਦਾ ਇੱਕ ਖਤਰਾ ਹੈ, ਕਿਉਂਕਿ FIR ਜਿਹਨੇ ਕਰਨੀ ਹੈ ਉਹਨੇ ਵੈਸੇ ਹੀ ਕਰ ਦੇਣੀ ਹੈ। ਸੂ ਮੋਟੋ FIR ਦੀ ਪਾਵਰਸ ਵੈਸੇ ਹੈਗੀਆਂ ਜਿਹੜੀਆਂ ਜੱਜਮੈਂਟਸ ਕਹਿ ਰਹੀਆਂ। ਜਿਹਨੇ ਨਹੀਂ ਕਰਨੀ ਉਹਨੇ ਵੈਸੇ ਹੀ ਨਹੀਂ ਕਰਨੀ, ਔਰ ਜਿੱਥੇ ਕੰਪਲੇਂਟ ਦੇ ਵੀ ਦਿੱਤੀ ਕਿਸੇ ਨੇ ਉੱਥੇ ਵੀ ਕੁਝ ਨਹੀਂ ਹੋਣਾ। ਹੁਣ ਜਿਸ ਪਾਸੇ ਅਸੀਂ ਧਰਮ ਦੀ ਗੱਲ ਕਰਦੇ ਹਾਂ, ਤੁਸੀਂ ਮੈਨੂੰ ਇਹ ਗੱਲ ਦੱਸੋ, there are certain parties in Punjab which are branded as Sikh party, ਕੀ ਸਰ ਇਹ ਸੈਕੂਲਰ ਫੈਬਰਿਕ ਦੇ ਖਿਲਾਫ ਨਹੀਂ ਹੈ? तो ਉਸੇ ਤਰ੍ਹਾਂ ਜੇ ਉਹ ਸਪੀਚ ਦੇ ਰਹੀਆਂ ਉਹ ਪਬਲਿਕ ਦੇ ਹਿੱਤ ਦੇ ਵਿੱਚ ਦੇ ਰਹੀਆਂ ਕਿ ਸਿੱਖ ਧਰਮ ਦੇ ਹਿੱਤ ਵਿੱਚ ਦੇ ਰਹੀਆਂ? ਸਰ ਗੱਲ ਕਿੱਥੇ ਆਉਂਦੀ ਹੈ? ਹੇਟ ਸਪੀਚ ਜੇ ਕਿਸੇ ਨੇ ਦੇਤੀ, ਵਿਰਕ ਸਾਹਿਬ ਸਾਡਾ ਕੰਮ ਤਾਂ ਸੇਵਾ ਕਰਨਾ। ਤੁਸੀਂ ਬਹੁਤ ਸੋਹਣੀ ਤਕਰੀਰ ਕਰ ਰਹੇ ਸੀ, ਰੋਕਣ ਦਾ ਦਿਲ ਤਾਂ ਨਹੀਂ ਕਰਦਾ, ਪਰ ਇਹਦੇ ਵਿੱਚੋਂ ਵੀ ਇੱਕ ਸਵਾਲ ਪੈਦਾ ਹੁੰਦਾ ਜਿਹੜਾ ਕਿ ਮੈਂ ਰਾਮੂ ਵਾਲੇ ਸਾਹਿਬ ਤੋਂ ਪੁੱਛੂੰਗਾ। ਰਾਮੂ ਵਾਲੇ ਸਾਹਿਬ, ਗੱਲ ਇਹ ਹੈ ਕਿ ਜਿਵੇਂ ਇਹ ਗੱਲ ਕਹੀ ਗਈ ਹੈ ਇਸ ਜੱਜਮੈਂਟ ਦੇ ਵਿੱਚ ਕਿ ਰਾਜਨੀਤੀ ਤੋਂ ਧਰਮ ਨੂੰ ਵੱਖਰਾ ਰੱਖਣਾ ਚਾਹੀਦਾ ਹੈ, ਧਰਮ ਦੀ ਸਿਆਸਤ ਇਸ ਦੇ ਵਿੱਚ ਨਹੀਂ ਵਰਤਣੀ ਚਾਹੀਦੀ, ਤੇ ਸਾਡੇ ਮੁਲਕ 'ਚ ਬਹੁਤ ਸਾਰੀਆਂ ਪਾਰਟੀਆਂ ਨੇ ਜਿਹੜੀ ਪਾਰਟੀਕੂਲਰ ਕਿਸੇ ਧਰਮ ਨੂੰ ਲੈ ਕੇ ਬਣੀਆਂ ਨੇ, ਤੇ ਫਿਰ ਉਹ ਮਸਲਾ ਕਿਵੇਂ ਹੋਊਗਾ? ਇਹ ਤਾਂ ਹੋਰ ਵੀ ਪੇਚੀਦਾ ਤੇ ਗੁੰਝਲਦਾਰ ਹੋਊਗੀ ਗੱਲ। ਬਹੁਤ ਵਧੀਆ ਸਵਾਲ ਕੀਤਾ ਤੁਸੀਂ ਜੀ। ਇੱਕ ਤਾਂ ਬਣੀਆਂ ਹੀ ਧਰਮ ਦੇ ਨਾਂ ਤੇ ਹੈ, ਤੇ ਜੇ ਧਰਮ ਦਾ ਨਾਂ ਸਿੱਧਾ ਨਾ ਰੱਖਣ, ਜਿਹੜੀ ਗੱਲ ਵਿਰਕ ਸਾਹਿਬ ਕਰ ਰਹੇ ਹੈ ਉਹ 'ਚ ਕੋਈ ਸ਼ੱਕ ਨਹੀਂ। ਮੈਂ ਤੁਹਾਨੂੰ ਹੁਣ ਗੱਲ ਕਰਦਾ, ਪਹਿਲੀ ਗੱਲ ਤੇ ਦੱਸ ਦਿਓ ਵੀ ਇੱਥੇ ਕਿੰਨੇ ਕੁ ਸੱਚੇ ਸੁੱਚੇ ਸਿਆਸੀ ਲੀਡਰ ਹੈ ਜਿਹੜੇ ਪੁਲਿਸ ਦੀ ਦੁਰਵਰਤੋਂ ਨਹੀਂ ਕਰਦੇ। ਸਭ ਤੋਂ ਸੌਖਾ ਨਾ ਡਾਂਗ ਦੀ ਦੁਰਵਰਤੋਂ ਹੈ, ਨਾ ਸੱਪ ਦੀ ਦੁਰਵਰਤੋਂ ਹੈ, ਤੇ ਨਾ ਜਿਹੜੀ ਫਿਲਮ 'ਚ ਆਉਂਦਾ ਹੁੰਦਾ ਵੀ ਉਹਨੇ ਬੰਦੇ ਨੇ ਮੂੰਹ ਪਰਲੇ ਪਾਸੇ ਕਰ ਲਿਆ, ਬੀਬੀ ਨੇ ਉਹਦੇ ਦੁੱਧ 'ਚ ਟੀਕਾ ਜਿਹਾ ਲਾਤਾ ਤੇ ਉਹਨੂੰ ਨੀਂਦ ਆ ਗਈ। ਨਾ ਇਹਦੀ ਦੁਰਵਰਤੋਂ ਹੈ। ਇਸ ਮੁਲਕ 'ਚ ਸਭ ਤੋਂ ਵੱਧ ਦੁਰਵਰਤੋਂ ਹੀ ਪੁਲਿਸ ਦੀ ਹੈ। ਪੁਲਿਸ ਤਾਂ ਡੰਡ ਬੈਠ ਕੇ ਕੱਢਣ ਆਈ ਹੈ। ਪੁਲਿਸ ਨੂੰ ਤਾਂ ਮੈਂ ਸ਼ਬਦ ਨਹੀਂ ਵਰਤਣਾ ਚਾਹੁੰਦਾ, ਕਈ ਵਾਰੀ ਉਹ ਇਹੋ ਜਿਹੇ ਕੰਮ ਕਰਾ ਲੈਂਦੇ ਜਿਨ੍ਹਾਂ ਨੂੰ ਵੇਖ ਕੇ ਪੁਲਿਸ ਸ਼ਬਦ ਨੂੰ ਸ਼ਰਮ ਆਉਂਦੀ ਹੈ। ਇਸ ਲਈ ਪੁਲਿਸ ਕੋਲੇ ਕੋਈ ਨਾ ਗੈਰਤ ਕਾਇਮ ਰੱਖਣ ਤੇ ਨਾ ਨਿਰਪੱਖ ਰਹਿਣ ਦਾ ਸੁਪਰੀਮ ਕੋਰਟ ਨੇ ਕੋਈ ਪੁੜੀ ਗੋਲੀ ਟੀਕਾ ਉਹ ਦੱਸਿਆ ਹੀ ਨਹੀਂ ਵੀ ਆਹ ਲਾ ਲਈ, ਤੇ ਜੇ ਤੂੰ ਸੱਚੀ FIR ਦਰਜ ਕਰੇਗਾ ਤੇਰੇ ਉੱਤੇ ਰਗੜਾ ਨਾ ਨਿਕਲੂ। ਇਹਦਾ ਕੋਈ ਇਲਾਜ ਨਹੀਂ। ਮੈਂ ਜਦੋਂ ਸ਼ੁਰੂ ਆਇਆ ਮੈਂ ਉਦੋਂ ਵੀ ਮਹਿਸੂਸ ਕੀਤਾ ਸੀ। ਦੂਜੀ ਮੈਂ ਬੇਨਤੀ ਕਰਦਾ ਕਿ ਛਿੱਕਲੀ ਦੇਣ ਵਾਸਤੇ ਕਾਨੂੰਨ ਬਣਾਇਆ ਜਾ ਰਿਹਾ ਜੀ। ਅੱਜ ਦੀ ਤਾਰੀਖ ਵਿੱਚ ਮੈਂ ਬਹੁਤ ਜੇਲ੍ਹਾਂ ਕੱਟੀਆਂ, ਮੈਂ ਬਹੁਤ ਐਮਰਜੈਂਸੀ 'ਚ 19 ਮਹੀਨੇ ਜੇਲ੍ਹ ਕੱਟੀ ਹੈ, ਉਸ ਤੋਂ ਬਾਅਦ ਕੱਟੀ ਹੈ। ਮੈਂ ਇਹ ਦੇਖਿਆ ਕਿ ਜਿਹੜਾ ਨਜਾਇਜ਼ ਕਰਕੇ, ਜਿਵੇਂ ਕੋਈ ਬਰਾਤ ਜਾ ਕੇ ਖੜਮਾਸਤੀ ਕਰਕੇ ਵਿਚੋਲੇ ਨੂੰ ਕੁੱਟ ਦੇਵੇ, ਉਹਦੀ ਵੀ ਬੱਲੇ ਬੱਲੇ ਹੋ ਜਾਂਦੀ ਹੈ। ਇੱਥੇ ਤਾਂ ਜਿੰਨੇ ਸਰਕਾਰਾਂ ਵਿੱਚ, ਮੈਂ UP ਵਿੱਚ
ਵੱਖਰੀਆਂ ਵੱਖਰੀਆਂ ਦੋ ਧਰਮਾਂ ਦੀਆਂ ਸਰਕਾਰਾਂ ਦੇਖੀਆਂ। ਮੈਂ ਇੱਥੇ ਦੇਖ ਇਹਦੇ ਵਿੱਚੋਂ ਮੈਨੂੰ ਕੋਸ਼ਿਸ਼ 100% ਸਵਾਗਤਯੋਗ ਹੈ, ਲੇਕਿਨ ਮਹਾਰਾਜ ਇਹਦੇ ਇਸ ਦਵਾਈ ਤੇ ਟੀਕੇ ਦਾ ਪੂਰਾ ਅਸਰ ਹੋ ਜੇ ਜੀ ਤੇ ਦਵਾਈ ਸੁੱਜ ਕੇ ਪਾਕ ਨਾ ਪੈ ਜੇ ਤੇ ਦਵਾਈ ਨਮੂਨਾ ਬਣੇ ਦੁਨੀਆ ਭਰ ਵਿੱਚ। ਇਸ ਕਾਨੂੰਨ ਨਾਲ ਭਾਰਤ ਦੀ ਸੇਵਾ ਤੇ ਭਾਰਤ ਵਿੱਚ ਸਾਰਿਆਂ ਨੂੰ ਇਕੱਠੇ ਰੱਖਣ ਦੀ ਕੋਸ਼ਿਸ਼ ਹੋਵੇ। ਜੀ। ਮੈਂ ਤਾਂ ਹੈਰਾਨ ਹੈ, ਇੱਥੇ ਤਾਂ ਬਹੁਤ ਗਿਣਤੀ ਨੇ ਘੱਟ ਗਿਣਤੀ ਦਾ ਰਗੜਾ ਕੱਢ ਦੇਣਾ। ਹੁਣ ਰਾਮੂਵਾਲੀਆ ਸਾਹਿਬ, ਕਸ਼ਮੀਰ ਚ 1 ਮਿੰਟ ਚ ਮੁਕਾਉਣਾ ਹੈ। 370 ਧਾਰਾ ਹਟਾਈ ਹੈ, ਉਹ ਤਾਂ ਹਟਾਈ ਹੈ ਕਸ਼ਮੀਰ ਚੋਂ ਆਪੇ ਬਹਿਸ ਹੁੰਦੀ ਫਿਰੂ ਕਿਉਂ ਹਟਾਈ ਹੈ, ਪਰ ਦੋ ਗੱਲਾਂ ਹੋਰ ਨਾਲ ਕਰਤੀਆਂ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ। ਇੱਕ ਕਸ਼ਮੀਰ ਦੇ ਪੜ੍ਹਾਈ ਦੇ ਕਰਿਕੂਲਮ ਵਿੱਚੋਂ ਪੰਜਾਬੀ ਹਟਾਤੀ ਤੇ ਇੱਕ ਦਿੱਲੀ ਜਦੋਂ ਗੱਲ ਕਰਦੇ ਸੀ ਉਦੋਂ ਹਿੰਦੂ ਸਿੱਖ ਮੁਸਲਮਾਨ ਤਿੰਨਾਂ ਨੂੰ ਸਾਧਦੇ ਸੀ, ਹੁਣ ਸਿੱਖਾਂ ਨੂੰ ਡ੍ਰੌਪ ਕਰਤਾ ਵੀ ਇਹਨਾਂ ਨੂੰ ਸੱਦਣ ਦੀ ਲੋੜ ਨਹੀਂ। ਇਹ ਗੱਲਾਂ ਪਤਾ ਹੀ ਨਹੀਂ ਲੱਗਦਾ, ਨਾ ਸਖਤ ਕਹਿਣ ਦੀ ਲੋੜ ਹੈ ਜਦੋਂ ਡੰਗ ਵੱਜ ਗਿਆ ਹੁੰਦਾ। ਸੋ ਮੈਂ ਮਹਿਸੂਸ ਕਰਦਾ ਬਿਮਾਰੀ ਦਾ ਇਲਾਜ ਕੱਢੋ, ਜ਼ਬਾਨ ਤੇ ਕਾਬੂ ਪਾਉਣਾ, ਕੜਤਨ ਰੋਕਣੀ ਬਹੁਤ ਚੰਗਾ ਹੈ। ਆਹੋ ਜਿਵੇਂ ਕਹਿੰਦੇ ਆ ਵੀ ਚੋਰ ਕਿ ਹੰਕਾਰ ਨਾ ਹੋਵੇ, ਉਹਦਾ ਕੀ ਇਲਾਜ ਹੈ? ਆਓ ਜਿਵੇਂ ਕਹਿੰਦੇ ਆ ਨਾ ਵੀ ਚੋਰ ਨੂੰ ਨਾ ਮਾਰੋ, ਚੋਰ ਦੀ ਮਾਂ ਨੂੰ ਮਾਰੋ। ਮੈਂ ਆਪਣੇ ਦਰਸ਼ਕਾਂ ਨੂੰ ਇੱਕ ਗੱਲ ਇੱਥੇ ਦੱਸਣੀ ਚਾਹੁੰਦਾ ਤੇ ਉਹ ਸੋਚਦੇ ਹੋਣਗੇ ਵੀ ਇਸ ਮਸਲੇ ਦੇ ਵਿੱਚ ਬਲਵੰਤ ਸਿੰਘ ਰਾਮੂਵਾਲੀਆ ਹੋਰਾਂ ਨੂੰ ਕਿਉਂ ਬਿਠਾਇਆ ਹੈ। ਗੱਲ ਇਹ ਹੈ ਕਿ ਸਾਡੇ ਪੰਜਾਬ ਦੇ ਬੜੇ ਚੁਣਿੰਦਾ ਚੰਗੇ ਸਪੋਕਸਮੈਨ, ਚੰਗੇ ਸਪੀਕਰ ਨੇ, ਬੜੇ ਥੋੜੇ ਉਹਨਾਂ ਦੇ ਵਿੱਚੋਂ ਰਾਮੂਵਾਲੀਆ ਸਾਹਿਬ ਇੱਕ ਆਉਂਦੇ ਆ। ਰਾਮੂਵਾਲੀਆ ਸਾਹਿਬ, ਮੇਰਾ ਸਵਾਲ ਵੀ ਹੈ ਤੇ ਇੱਕ ਮਸ਼ਵਰਾ ਤੇ ਇੱਕ ਸਲਾਹ ਤੇ ਇੱਕ ਸਾਰੀ ਗੱਲ ਤੁਸੀਂ ਸਮਝ ਸਕਦੇ ਹੋ ਕਿ ਜਿਵੇਂ ਤੁਸੀਂ ਧਰਮ ਦੇ ਹਵਾਲੇ ਨਾਲ ਗੱਲ ਸ਼ੁਰੂ ਕੀਤੀ ਸੀਗੀ, ਧਰਮ ਤੇ ਸੱਭਿਆਚਾਰ ਸਾਨੂੰ ਕੀ ਸਿਖਾਉਂਦਾ। ਪਹਿਲੀ ਗੱਲ ਤਾਂ ਮੈਂ ਧਰਮ ਦੀ ਕਰਦਾ, ਖਾਸ ਕਰਕੇ ਬਾਬੇ ਨਾਨਕ ਦੇ ਪੈਰੋਕਾਰਾਂ ਦੇ ਤੇ ਨਾਨਕ ਨਾਮਲੇਵਾ ਸੰਗਤ ਦੇ ਆਧਾਰ ਦੇ ਉੱਤੇ ਗੱਲ ਕਰਦਾ ਕਿ ਬਾਬੇ ਨਾਨਕ ਨੇ ਕਿਹਾ ਕਿ ਨਾਨਕ ਫਿੱਕਾ ਬੋਲੀਏ ਤਨ ਮਨ ਫਿੱਕਾ ਹੋਏ। ਪਹਿਲੀ ਤਾਂ ਸਾਨੂੰ ਇੱਕ ਤਾਂ ਗੱਲ ਇਹ ਸਿਖਾਤੀ। ਦੂਜਾ ਸਾਡਾ ਸੱਭਿਆਚਾਰ ਕਹਿੰਦਾ ਹੈ ਕਿ ਜਿਹਦੀ ਜ਼ਬਾਨ ਤੇ ਫਤਿਹ ਉਹਦੀ ਜਹਾਨ ਤੇ ਫਤਿਹ। ਦੇਖੋ ਕਿੱਡੀ ਸੋਹਣੀ ਗੱਲ ਦੋਵੇਂ ਤਾਂ ਨੇ ਸਿਖਾਤੀ। ਇਸ ਅੱਗੇ ਮੈਂ ਇਹ ਦੇਖਿਆ ਸੀ ਪੰਜਾਬ ਦੇ ਸਿਆਸੀ ਮੰਚਾਂ ਤੇ ਢਾਡੀ ਲੱਗਦੇ ਸੀ, ਕਵੀਸ਼ਰ ਲੱਗਦੇ ਸੀ, ਚਲੋ ਅੱਜ ਕੱਲ੍ਹ ਤਾਂ ਠੁਮਕੇ ਲੱਗਦੇ ਆ, ਲੱਗੀ ਜਾਣ ਤੋਂ ਕੋਈ ਗੱਲ ਨਹੀਂ। ਤੇ ਅੱਗੇ ਇਹ ਸਿਖਾਇਆ ਜਾਂਦਾ ਸੀ ਕਿ ਭਾਈ ਜੇ ਤੂੰ ਜ਼ਬਾਨ ਦਾ ਧਨੀ ਹੈ, ਜੇ ਤੂੰ ਉਹਦੇ ਉੱਤੇ ਕੰਟਰੋਲ ਕਰਨਾ ਜਾਣਦਾ ਤੇ ਤਾਂ ਹੀ ਚੰਗਾ ਸਿਆਸਤਦਾਨ ਬਣ ਸਕਦਾ। ਕਿ ਅੱਜ ਕੱਲ੍ਹ ਪਾਰਟੀਆਂ ਗੱਲਾਂ ਸਿਖਾਉਣ 'ਚ ਅਸਮਰੱਥ ਨੇ? ਹੁਣ ਤੁਸੀਂ ਕਿਸੇ ਦਿਨ ਫੇਰ ਵਿਚਾਰ ਕਰ ਲਿਓ। ਵੀਰ ਜੀ ਚੰਗੀ ਭਲੀ ਬਰਾਤ ਸੀ, ਜਦੋਂ ਕਹਿੰਦਾ ਵੀ ਮਾਸੜ ਨੂੰ ਤੇ ਫੁੱਫੜ ਨੂੰ ਵਧੀਆ ਮੀਟ ਪਾਉਣਾ, ਇਹਨਾਂ ਨੂੰ ਵਧੀਆ ਮਠਿਆਈ ਦੇਣੀ ਹੈ, ਉਦੋਂ ਦਾ ਵਿਗਾੜ ਪੈ ਗਿਆ। ਜਦੋਂ ਦੇ ਪੁੱਤ ਧੀਆਂ ਰਿਸ਼ਤੇਦਾਰ ਸਾਲੇ ਭਾਣਜੇ ਉਹ ਰਾਜਨੀਤੀ 'ਚ ਪੱਖਪਾਤ ਲੈਣ ਲੱਗੇ, ਸਾਰੇ ਇੰਡੀਆ 'ਚ ਨੁਕਸਾਨ ਹੋ ਗਿਆ। ਮੈਨੂੰ ਨਾ ਛੇੜੋ। ਬਾਕੀ ਤੁਸੀਂ ਵਿਸ਼ਾ ਬਹੁਤ ਸੋਹਣਾ ਹੈ, ਜੱਜ ਸਾਹਿਬ ਨੂੰ ਵਧਾਈ ਦੇਈਏ, ਸ਼ੁਕਰ ਹੈ ਗੱਲ ਤਾਂ ਕਰਨ ਨੂੰ ਕੀਤੀ ਨਾ, ਜਿਹੜੀ ਕੀਤੀ ਵੀ ਸੁਪਰੀਮ ਕੋਰਟ ਨੇ। ਤੇ ਬਾਕੀ ਇੱਥੇ ਬਿਮਾਰੀਆਂ ਦਾ ਇਲਾਜ ਨਹੀਂ ਹੋਣਾ ਤਾਂ ਦਿਨ ਬ ਦਿਨ ਹਰਾਮ ਦੇ ਪੈਸੇ ਤੇ ਰਿਸ਼ਤੇਦਾਰੀਆਂ ਤੇ ਉਹਦੇ ਨਾਲ ਕਿਵੇਂ ਯੋਗਤਾ ਕਤਲ ਹੁੰਦੀ ਹੈ ਤੇ ਕਿਵੇਂ ਸੇਵਾ ਜਿਹੜੀ ਆ ਉਹ ਪੈਰਾਂ ਹੇਠ ਮਧੌਲੀ ਜਾਂਦੀ ਹੈ, ਵੱਖਰੇ ਵਿਸ਼ੇ ਹੈ। ਅੱਜ ਤਾਂ ਇੰਨਾ ਹੀ ਰੱਖੀਏ ਕਿ ਜੋ ਤੁਸੀਂ ਵਿਸ਼ਾ ਸ਼ੁਰੂ ਕੀਤਾ ਵੀ ਹੇ ਵਾਹਿਗੁਰੂ, ਆ ਜਿਹੜੀ ਜ਼ਬਾਨ ਧਰਮਾਂ ਤੇ ਦੂਜਿਆਂ ਨੂੰ ਗਾਲਾਂ ਦੇ ਕੇ ਤੇ ਨੀਚਾ ਦਿਖਾ ਕੇ ਇਹਨੂੰ ਬੰਦ ਕਰੀਏ। ਫਿਰ ਕੀ ਇਹਦੇ ਵਿੱਚੋਂ ਚੰਗੇ ਰਾਹ ਨਿਕਲੇ ਹੋਣ। ਠੀਕ ਹੈ, ਅਖੀਰ 'ਚ ਵਿਰਕ ਸਾਹਿਬ ਹੋਰਾਂ ਦੀ ਇੱਕ ਤਕਰੀਰ ਜ਼ਰੂਰ ਇੱਥੇ ਲੈਣੀ ਜ਼ਰੂਰੀ ਸਮਝਾਂਗਾ। ਵਿਰਕ ਸਾਹਿਬ, ਜਿਵੇਂ ਮੈਂ ਰਾਮੂਵਾਲੀਆ ਸਾਹਿਬ ਨਾਲ ਸੰਵਾਦ ਰਚਾਉਂਦੇ ਆ ਗੱਲ ਦਾ ਜ਼ਿਕਰ ਕੀਤਾ ਸੀ, ਇੱਕ ਗੱਲ ਦਾ ਮੈਂ ਹੋਰ ਜ਼ਿਕਰ ਕਰੂੰਗਾ। ਜ਼ੁਬਾਨ ਵੀ ਕੁਝ ਕਹਿੰਦੀ ਹੈ। ਜ਼ੁਬਾਨ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਤੇ ਮੈਂ ਤੈਨੂੰ ਸ਼ਹਿਰੋਂ ਕਢਾਵਾਂ। ਜ਼ੁਬਾਨ ਕੀ ਕਹਿੰਦੀ ਹੈ? ਜ਼ੁਬਾਨ ਇਹ ਗੱਲ ਕਹਿੰਦੀ ਹੈ। ਤੇ ਮੈਨੂੰ ਲੱਗਦਾ ਹੈ ਕਿ ਅੱਜ ਕੱਲ ਅਸੀਂ ਧਰਮ ਨੂੰ ਤਾਂ ਮੰਨਦੇ ਆ ਪਰ ਧਰਮ ਦੀ ਨਹੀਂ ਮੰਨਦੇ, ਕਿਉਂਕਿ ਸਾਰੇ ਧਰਮ ਤਾਂ ਇਹ ਗੱਲ ਕਹਿੰਦੇ ਇੱਕ ਦੂਜੇ ਦੀ ਰਿਸਪੈਕਟ ਹਾਂ, ਤੇ ਅਸੀਂ ਇੱਕ ਦੂਸਰੇ ਦੀ ਰਿਸਪੈਕਟ ਸ਼ਾਇਦ ਤਾਂ ਹੀ ਕਰਨਾ ਭੁੱਲ ਗਏ ਆ। ਤੇ ਅਖੀਰ 'ਚ ਇਸ ਫੈਸਲੇ ਤੇ ਇਸ ਦੇ ਕੌਨਸੀਕੁਐਂਸਿਸ ਨੂੰ ਲੈ ਕੇ ਕੀ ਕਹੋਗੇ? ਤੁਹਾਡੀ ਅਖੀਰਲਾ ਜਾਣਨਾ ਚਾਹਾਂਗੇ ਵਿਰਕ ਸਾਹਿਬ। ਸਰ, ਜਿਹੜਾ ਲਾਅ ਦੇ ਲਈ ਗੱਲ ਕਹਿੰਦੇ ਆ, ਲਾਜ਼ ਆਰ ਮੇਡ ਫॉर ਕਨਵੀਨੀਅੰਸ ਨਾਟ ਫॉर ਇਨਕਨਵੀਨੀਅੰਸ। ਉਸੇ ਤਰ੍ਹਾਂ ਜਿਹੜਾ ਧਰਮ ਹੈ
ਕਾਨੂੰਨ ਤੋਂ ਪਹਿਲਾਂ ਧਰਮ ਆਇਆ ਹੈ ਇਨਸਾਨ ਨੂੰ ਇਨਸਾਨ ਬਣਾਉਣ ਲਈ। ਜੇ ਅਸੀਂ ਇਨਸਾਨ ਹੀ ਨਾ ਰਹਿ ਗਏ, ਆਪਸ ਦੇ ਵਿੱਚ ਇਕੱਠੇ ਹੋਣ ਦੀ ਜਗ੍ਹਾ ਇੱਕ ਦੂਜੇ ਦੇ ਖੂਨ ਦੇ ਪਿਆਸੇ ਹੋ ਗਏ, ਇੱਕ ਦੂਜੇ ਦੀ ਫੁੱਟ ਪਾਉਣ ਲੱਗ ਗਏ, ਤੇ ਜਾਨਵਰਾਂ 'ਚ ਤੇ ਸਾਡੇ 'ਚ ਫਰਕ ਕੀ ਰਹਿ ਗਿਆ। ਔਰ ਜਿੱਥੇ ਇਨਸਾਨ ਆ ਗਏ, ਇਨਸਾਨੀਅਤ ਆ ਗਈ, ਰਿਸ਼ਤਾ ਆ ਗਿਆ, ਉੱਥੇ ਉਹ ਪ੍ਰਿੰਸੀਪਲਸ ਆਪੇ ਹੀ ਧਰਮ ਦੇ ਆ ਗਏ ਤੇ ਕਾਨੂੰਨ ਵੀ ਉਹਨਾਂ ਲਾਈਨਸ ਤੇ ਹੀ ਚੱਲਦਾ ਇਨਸਾਨੀਅਤ ਦੇ। ਜੇ ਤੁਸੀਂ ਸਾਡੇ ਫੰਡਾਮੈਂਟਲ ਰਾਈਟਸ ਦੇਖੋਗੇ ਜਾਂ ਫੰਡਾਮੈਂਟਲ ਡਿਊਟੀਜ਼ ਦੇਖੋਗੇ, ਤੁਸੀਂ ਉਹਨਾਂ ਦੇ ਵਿੱਚ ਇੱਕੋ ਹੀ ਚੀਜ਼ ਵੇਖੋਗੇ ਕਿ ਉਹ ਸਾਡੀ ਜ਼ਿੰਦਗੀ ਸੁਧਾਰਨ ਦੇ ਲਈ ਐਗਜ਼ਿਸਟ ਕਰਦੇ ਹੈ ਜੀ। ਕਾਨੂੰਨ ਜਿਹੜੇ ਬਣਾਏ ਗਏ ਉਹ ਤਾਂ ਬਣਾਏ ਗਏ ਹੈ ਕਿ ਦੇਸ਼ ਇੱਕ ਦੇਸ਼ ਬਣ ਕੇ ਸਰਵਾਈਵ ਕਰੇ ਔਰ ਲੋਕੀ ਉਸ ਚੀਜ਼ ਦੇ ਵਿੱਚ ਗਰਵ ਮਹਿਸੂਸ ਕਰਨ ਕਿ ਅਸੀਂ ਇਸ ਦੇਸ਼ ਦੇ ਨਾਗਰਿਕ ਹਾਂ। ਗੱਲ ਇਹ ਹੁੰਦੀ ਹੈ ਐਵਰੀ ਕੰਟਰੀ ਹੈਜ਼ ਦੀ ਗਵਰਨਮੈਂਟ ਇਟ ਡਿਜ਼ਰਵਸ। ਸਾਡੀਆਂ ਸਰਕਾਰਾਂ ਉਹ ਹੁੰਦੀਆਂ ਕਿਉਂਕਿ ਸਾਡੇ ਚੋਂ ਹੀ ਨੁਮਾਇੰਦੇ ਚੁਣੇ ਜਾਣੇ ਹੈ। ਸੋ ਜਿਹੋ ਜੀ ਸਾਡੀ ਸੋਚ ਹੋਣੀ ਹੈ ਬਚਪਨ ਤੋਂ, ਜਿਹੋ ਜਿਹਾ ਅਸੀਂ ਮਾਹੌਲ ਦੇਖਾਂਗੇ, ਉਹੋ ਜੇ ਅਸੀਂ ਰਿਪਰੈਜ਼ੈਂਟੇਟਿਵ ਚੁਣ ਕੇ ਭੇਜਾਂਗੇ, ਉਹੋ ਜੀ ਸਰਕਾਰ ਬਣੂਗੀ, ਉਹੋ ਜੀ ਹੀ ਉਹ ਜ਼ੁਬਾਨ ਬੋਲਣਗੇ ਜੀ। ਜੇ ਇਹ ਜ਼ੁਬਾਨ ਪਬਲਿਕ ਨੂੰ ਪਸੰਦ ਆਉਂਦੀ ਹੋਊਗੀ ਤਾਂ ਹੀ ਇਹ ਜ਼ੁਬਾਨ ਬੋਲੀ ਜਾਊਗੀ। ਤਾਂ ਕਿਤੇ ਨਾ ਕਿਤੇ ਕੋਸ਼ਿਸ਼ ਬੇਸ਼ੱਕ ਸੁਪਰੀਮ ਕੋਰਟ ਦੀ ਬਹੁਤ ਵਧੀਆ ਹੈ, ਸ਼ੁਰੂਆਤ ਕੀਤੀ ਹੈ, ਬਟ ਇਹ ਜਿਹੜੀ ਸਾਡੀ ਮਾਈਂਡਸੈਟ ਹੈ ਪਬਲਿਕ ਦੀ, ਉਸ ਚੀਜ਼ ਦੇ ਉੱਤੇ ਉਹ ਬਦਲਣ ਦੀ ਲੋੜ ਹੈ ਜਿਹੜੀ ਬਚਪਨ ਤੋਂ ਸ਼ੁਰੂ ਹੁੰਦੀ ਹੈ। ਜਿਵੇਂ ਡਾਕਟਰ ਕਲਾਮ ਕਹਿੰਦੇ ਸੀ ਕਿ ਚਾਈਲਡਹੁੱਡ ਦੀ ਜਿਹੜੀ ਐਜੂਕੇਸ਼ਨ ਹੈ ਉਹ ਸਭ ਤੋਂ ਇੰਪੋਰਟੈਂਟ ਹੈ। ਉਸ ਵੇਲੇ ਤੋਂ ਇੱਕ ਯੂਨਿਟੀ ਹੋਣੀ ਚਾਹੀਦੀ ਹੈ, ਕਟਿੰਗ ਰਿਲੀਜੀਅਸ ਲਾਈਨਸ, ਇੱਕ ਇੰਡੀਅਨ ਹੋ ਕੇ ਜਿਉਣ ਦਾ ਜਜ਼ਬਾ ਹੋਣਾ ਚਾਹੀਦਾ। ਬਿਲਕੁਲ ਸਹੀ ਗੱਲ। ਬਾਕੀ ਸਾਰੀਆਂ ਚੀਜ਼ਾਂ ਇਰਰੈਲੇਵੈਂਟ ਹੁੰਦੀਆਂ। ਬਿਲਕੁਲ ਠੀਕ ਹੈ। ਰਾਮੋਲੇ ਸਾਹਿਬ ਕੁਝ ਕਹਿਣਾ ਚਾਹ ਰਹੇ? ਹਾਂਜੀ ਜੀ ਜੀ। ਆਪਾਂ ਇੱਕੋ ਮਿੰਟ, ਆਪਾਂ ਨੂੰ ਸਪੋਕਸਮੈਨ ਦਾ ਬਹੁਤ ਸ਼ਾਬਾਸ਼ ਧੰਨਵਾਦ ਕਰਨਾ ਚਾਹੀਦਾ, ਨੰਬਰ 1। ਨੰਬਰ 2, ਸੁਪਰੀਮ ਕੋਰਟ ਦੀ ਨੇਕ ਨੀਤੀ ਤੇ ਫਿਕਰਮੰਦੀ, ਉਹਦੇ ਉੱਤੇ ਫਖਰ ਕਰਨਾ ਚਾਹੀਦਾ। ਨਤੀਜਾ ਪੂਰਾ ਨਿਕਲੇ ਜਾਂ ਘੱਟ ਨਿਕਲੇ, ਆਪਾਂ ਫਸਲ ਨੂੰ ਪਾਣੀ ਪੂਰਾ ਲਾਤਾ, ਪ੍ਰੋਟੈਕਸ਼ਨ ਦੇਤੀ, ਧੁੱਪ-ਛਾਂ ਤੋਂ ਬਚਾਤਾ, ਇਹਦੇ ਉੱਤੇ ਵੀ ਆਪਾਂ ਨੂੰ 2 ਸ਼ਬਦ ਕਹਿ ਦੇਣੇ ਚਾਹੀਦੇ ਜੀ। ਧੰਨਵਾਦ, ਬਹੁਤ ਬਹੁਤ ਸ਼ੁਕਰੀਆ। ਔਰ ਮੈਂ ਤਾਂ ਇੱਕ ਅਖੀਰ ਦੇ ਵਿੱਚ ਇੱਕ ਇਹ ਵੀ ਗੱਲ ਕਹੂੰਗਾ, ਮੈਂ ਤਾਂ ਇਹ ਦੇਖਦਾ ਕਿ ਜਿਵੇਂ ਵਕੀਲ ਸਾਹਿਬ ਨੇ ਕਿਹਾ ਕਿ ਕਾਨੂੰਨ ਤੋਂ ਪਹਿਲਾਂ ਧਰਮ ਹੈ, ਮੈਨੂੰ ਇਹ ਲੱਗਦਾ ਕਿ ਧਰਮ ਵੀ ਇੱਕ ਬੰਦੇ ਨੂੰ ਨਿਯਮ ਦੇ ਵਿੱਚ ਰੱਖਣ ਲਈ ਇੱਕ ਕਾਨੂੰਨ ਹੀ ਸੀ। ਸ਼ਾਇਦ ਅਸੀਂ ਕੁਝ ਹੋਰ ਸਮਝ ਬੈਠੇ ਹਾਂ ਤੇ ਕਾਨੂੰਨ ਨੂੰ ਸਾਨੂੰ, ਜੇਕਰ ਅਸੀਂ ਧਰਮ ਮੰਨ ਲਈਏ, ਧਰਮ ਨੂੰ ਕਾਨੂੰਨ ਮੰਨ ਲਈਏ, ਤੇ ਸਾਡਾ ਜੀਵਨ ਸੌਖਾ ਹੋ ਸਕਦਾ। ਇਹਨਾਂ ਸ਼ਬਦਾਂ ਦੇ ਨਾਲ ਮੈਂ ਤੁਹਾਡਾ ਧੰਨਵਾਦ ਕਰਦਾ, ਬਹੁਤ ਬਹੁਤ ਮਸ਼ਕੂਰ, ਸਮਾਂ ਕੱਢਿਆ ਤੁਸੀਂ ਆਏ। ਸਤਿ ਸ੍ਰੀ ਅਕਾਲ ਜੀ। ਦੀ ਸਪੋਕਸਮੈਨ ਡਿਬੇਟ 'ਚ ਅੱਜ ਦੇ ਲਈ ਇੰਨਾ ਹੀ। ਭਲਕੇ ਕਿਸੇ ਹੋਰ ਵਿਸ਼ੇ ਨਾਲ ਰੂਬਰੂ ਹੋਵਾਂਗੇ। ਉਦੋਂ ਤੱਕ ਨਵਜੋਤ ਸਿੰਘ ਢਾਲੀਵਾਲ ਨੂੰ ਦਿਓ ਇਜਾਜ਼ਤ। ਸਤਿ ਸ੍ਰੀ ਅਕਾਲ।